ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਹੈਲੋ एवरीवन, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਾਸਟ ਲੈਕਚਰ ਦੀ ਜੇ ਆਪਾਂ ਗੱਲ ਕਰੀਏ ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਵਰਲਡ ਵਾਰ 1 ਬਾਰੇ। 1914 ਦੀ ਜੇ ਆਪਾਂ ਗੱਲ ਕਰਾਂਗੇ ਤਾਂ ਵਰਲਡ ਵਾਰ 1 ਜਿਹੜਾ ਹੈ ਸਟਾਰਟ ਹੋ ਜਾਏਗਾ ਤੇ ਉਸ ਦੇ ਰਿਲੇਟਡ ਹੀ ਆਪਣਾ ਸਾਰਾ ਲਾਸਟ ਲੈਕਚਰ ਸੀਗਾ ਕਿ ਕਿਵੇਂ ਲਖਨਊ ਪੈਕਟ ਹੋਏਗਾ, ਕਾਂਗਰਸ ਤੇ ਮੁਸਲਿਮ ਲੀਗ ਇਕੱਠੇ ਆਣਗੀਆਂ। ਤੇ ਜੇ ਗੱਲ ਕਰੀਏ ਸੂਰਤ ਸਪਲਿਟ ਤੋਂ ਬਾਅਦ ਪਹਿਲੀ ਵਾਰ ਐਕਸਟ੍ਰੀਮਿਸਟ ਤੇ ਮੋਡਰੇਟਸ ਜਿਹੜੇ ਨੇ ਫਿਰ ਤੋਂ ਇਕੱਠੇ ਹੋਣਗੇ। ਇਸ ਤੋਂ ਇਲਾਵਾ ਆਪਾਂ ਲਾਸਟ ਕਲਾਸ ਦੇ ਵਿੱਚ ਡਿਸਕਸ ਕੀਤਾ ਸੀ 1915 ਦੇ ਵਿੱਚ ਗਾਂਧੀ ਜੀ ਸਾਊਥ ਅਫਰੀਕਾ ਤੋਂ ਵਾਪਿਸ ਆ ਰਹੇ ਨੇ। ਸਾਊਥ ਅਫਰੀਕਾ ਤੋਂ ਵਾਪਿਸ ਆਉਣ ਤੋਂ ਬਾਅਦ ਗਾਂਧੀ ਜੀ ਜਿਹੜਾ ਨੇ 1917 ਦੇ ਵਿੱਚ ਚੰਪਾਰਨ ਸੱਤਿਆਗ੍ਰਹਿ, 1918 ਦੇ ਵਿੱਚ ਅਹਿਮਦਾਬਾਦ ਮਿਲ ਸਟ੍ਰਾਈਕ ਤੇ 1918 ਦੇ ਵਿੱਚ ਹੀ ਖੇੜਾ ਸੱਤਿਆਗ੍ਰਹਿ ਕਰਨਗੇ। ਤੇ ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਅੱਜ ਦੀ ਤਾਂ ਆਪਾਂ ਦੇਖਾਂਗੇ ਵਰਲਡ ਵਾਰ 1 ਖਤਮ ਹੋਣ ਤੋਂ ਬਾਅਦ ਦਾ ਸਿਨੈਰੀਓ। ਠੀਕ ਹੈ ਜੀ, ਮਤਲਬ ਕਿ ਆਪਾਂ ਕਿਤੇ ਨਾ ਕਿਤੇ 1919 ਤੋਂ ਬਾਅਦ ਵਾਲੀ ਅੱਜ ਜਿਹੜੀ ਹੈ ਸਾਰੀ ਜਿਹੜੀ ਲੈਕਚਰ ਹੋਏਗਾ ਉਹ ਡਿਸਕਸ ਕਰਨ ਵਾਲੇ ਹਾਂ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਆਪਾਂ ਕੱਲ ਦੇ ਲੈਕਚਰ 'ਚ ਹੀ ਡਿਸਕਸ ਕੀਤਾ ਤੇ ਉਸ ਤੋਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਸੀ ਕਿ ਅੰਗਰੇਜ਼ਾਂ ਦੀ ਇੱਕ ਪਾਲਿਸੀ ਸੀਗੀ ਕੈਰਟ ਐਂਡ ਸਟਿਕ ਪਾਲਿਸੀ, ਕਿ ਜਿਹੜੇ ਤਾਂ ਲੋਕ ਜਿਹੜੇ ਨੇ ਰਿਫਾਰਮਸ ਦੇ ਨਾਲ ਜੋ ਅੰਗਰੇਜ਼ ਦੇ ਰਹੇ ਨੇ ਉਹਦੇ ਨਾਲ ਮੰਨਦੇ ਨੇ ਤਾਂ ਉਹਨਾਂ ਨੂੰ ਉਹਦੇ ਨਾਲ ਮਨਾ ਲਿੱਤਾ ਜਾਏਗਾ। ਜਿਹੜੇ ਨਹੀਂ ਮੰਨਣਗੇ, ਜਿਹੜੇ ਰਿਫਾਰਮਸ ਜੋ ਅੰਗਰੇਜ਼ ਦੇ ਰਹੇ ਨੇ ਉਹਦੇ ਨਾਲ ਨਹੀਂ ਮੰਨਣਗੇ ਤਾਂ ਉਹਨਾਂ ਵਾਸਤੇ ਕੀ ਕੀਤਾ ਜਾਏਗਾ, ਸਪਰੈਸ਼ਨ ਜਿਹੜਾ ਹੈ ਬਲ ਦਾ ਪ੍ਰਯੋਗ ਕੀਤਾ ਜਾਏਗਾ, ਕੋਈ ਨਾ ਕੋਈ ਲਾਜ਼ ਲੈ ਕੇ ਆਤੇ ਜਾਣਗੇ। ਠੀਕ ਹੈ ਜੀ, ਇਹ ਆਪਾਂ ਸੇਮ ਚੀਜ਼ ਦੇਖੀ ਸੀ ਸਵਦੇਸ਼ੀ ਮੂਵਮੈਂਟ ਦੇ ਵਿੱਚ ਵੀ ਦੇਖੀ ਸੀ, ਜਿੱਥੇ ਮੋਡਰੇਟਸ ਨੂੰ ਕੈਰਟ ਦੇ ਰੂਪ ਦੇ ਵਿੱਚ ਆਪਾਂ ਦੇਖਾਂਗੇ ਤਾਂ ਰਿਫਾਰਮਸ ਮਿਲੇ ਸੀ ਤੇ ਜਿਹੜੇ ਆਪਣੇ ਐਕਸਟ੍ਰੀਮਿਸਟ ਸੀ ਉਹਨਾਂ ਨੂੰ ਕੀ ਮਿਲੇ ਸੀ, ਸੈਡੀਸ਼ਨ ਐਕਟ ਮਿਲੇ ਸੀ, ਜਿਹਦੇ ਨਾਲ ਉਹ ਕੀ ਗਏ ਸੀਗੇ, ਸਾਰੇ ਜੇਲ੍ਹ 'ਚ ਗਏ ਸੀ। ਕਲੀਅਰ। ਸੇਮ ਆਪਾਂ ਦੇਖਾਂਗੇ ਇੱਥੇ ਆਪਣਾ ਸਾਲ ਚੱਲ ਰਿਹਾ ਹੈਗਾ 1919 ਦਾ। 1914 ਦੇ ਵਿੱਚ ਵਰਲਡ ਵਾਰ ਸ਼ੁਰੂ ਹੋਇਆ ਸੀ ਤੇ ਵਰਲਡ ਵਾਰ ਸ਼ੁਰੂ ਹੋਣ ਤੋਂ ਬਾਅਦ ਜੇ ਆਪਾਂ ਗੱਲ ਕਰੀਏ 1916 ਦੇ ਵਿੱਚ ਮੂਵਮੈਂਟ ਸ਼ੁਰੂ ਹੋਏਗੀ, ਹੋਮ ਰੂਲ ਮੂਵਮੈਂਟ। ਹੁਣ ਹੋਮ ਰੂਲ ਮੂਵਮੈਂਟ ਨੂੰ ਖਤਮ ਕਰਨ ਲਈ ਅੰਗਰੇਜ਼ ਫਿਰ ਤੋਂ ਕੀ ਯੂਜ਼ ਕਰ ਰਹੇ ਨੇ, ਕੈਰਟ ਐਂਡ ਸਟਿਕ ਪਾਲਿਸੀ। ਪਹਿਲਾਂ ਸਵਦੇਸ਼ੀ ਮੂਵਮੈਂਟ ਨੂੰ ਖਤਮ ਕਰਨ ਲਈ ਕੈਰਟ ਐਂਡ ਸਟਿਕ ਪਾਲਿਸੀ ਯੂਜ਼ ਹੋਈ ਸੀ, ਹੁਣ ਆਪਾਂ ਦੇਖਾਂਗੇ ਹੋਮ ਰੂਲ ਮੂਵਮੈਂਟ ਨੂੰ ਖਤਮ ਕਰਨ ਲਈ। ਤਾਂ ਕਿਤੇ ਨਾ ਕਿਤੇ ਜੇ ਗੱਲ ਕਰਾਂਗੇ ਸਟਿਕ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਦੇਖਾਂਗੇ ਕੀ ਮਿਲੇਗਾ, ਆਪਾਂ ਨੂੰ ਰੌਲਟ ਐਕਟ ਦੇਖਣ ਨੂੰ ਮਿਲੇਗਾ। ਤੇ ਜੇ ਗੱਲ ਕਰਾਂਗੇ ਕੈਰਟ ਦੀ ਤਾਂ ਰਿਫਾਰਮਸ ਕੀ ਆਣਗੇ ਤਾਂ 1919 ਦੇ ਵਿੱਚ ਆਪਾਂ ਨੂੰ ਰਿਫਾਰਮਸ ਦੇਖਣ ਨੂੰ ਮਿਲਣਗੇ। ਗਵਰਨਮੈਂਟ ਆਫ ਇੰਡੀਆ ਐਕਟ 1919 ਜਿਹਨੂੰ ਆਪਾਂ ਕੀ ਕਹਾਂਗੇ, ਮੋਂਟੈਗਿਊ ਕਲੈਮਸਫਰਡ ਰਿਫਾਰਮਸ ਵੀ ਕਹਿੰਦੇ ਆ। ਇਹ ਆਪਾਂ ਕੱਲ ਵੀ ਡਿਸਕਸ ਕੀਤਾ ਸੀ 1917 ਦੇ ਵਿੱਚ ਮੋਂਟੈਗਿਊ ਡੈਕਲੇਰੇਸ਼ਨ ਜਾਂ ਫਿਰ ਜਿਹਨੂੰ ਕੀ ਕਹਿੰਦੇ ਆਪਾਂ ਅਗਸਤ ਡੈਕਲੇਰੇਸ਼ਨ ਆ ਜਾਏਗੀ, ਜਿਸ ਦੇ ਨਾਲ ਮੋਡਰੇਟਸ ਜਿਹੜੇ ਹੋਣਗੇ ਉਹ ਹੋਮ ਰੂਲ ਮੂਵਮੈਂਟ ਤੋਂ ਆਪਣੇ ਆਪ ਨੂੰ ਅਲੱਗ ਕਰ ਲੈਣਗੇ। ਕਾਂਗਰਸ ਜਿਹੜੀ ਆ ਹੋਮ ਰੂਲ ਮੂਵਮੈਂਟ ਤੋਂ ਆਪਣੇ ਆਪ ਨੂੰ ਅਲੱਗ ਕਰ ਲੇਗੀ। ਡਿਸਕਸ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਕੈਰਟ ਐਂਡ ਸਟਿਕ ਪਾਲਿਸੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੈਰਟ ਦੀ। ਕੈਰਟ ਕੀ ਦਿੱਤੀ ਗਈ ਸੀ ਅੰਗਰੇਜ਼ਾਂ ਵੱਲੋਂ, ਤਾਂ ਆਪਾਂ ਦੇਖਾਂਗੇ ਕਿ ਗਵਰਨਮੈਂਟ ਆਫ ਇੰਡੀਆ ਐਕਟ ਆਏਗਾ 1919 ਦੇ ਵਿੱਚ। ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਕੁਝ ਚੇਂਜ ਆ ਜਾਏਗਾ, ਕਿ ਸਾਨੂੰ ਸਵਰਾਜ ਮਿਲ ਜਾਏਗਾ, ਸਾਡੀ ਹੀ ਸਰਕਾਰ ਬਣ ਜਾਏਗੀ, ਨਹੀਂ। ਅੰਗਰੇਜ਼ਾਂ ਨੂੰ 100 ਡਿਮਾਂਡ ਦੇਵਾਂਗੇ ਉਹ ਸਾਡੀ ਇੱਕ ਮੰਨਣਗੇ। ਸੇਮ ਚੀਜ਼ ਹੈ ਇੱਥੇ, ਮੋਡਰੇਟਸ ਨੇ, ਕਾਂਗਰਸ ਨੇ, ਉਹਨਾਂ ਨੇ ਬਹੁਤ ਸਾਰੀਆਂ ਡਿਮਾਂਡ ਰੱਖੀਆਂ ਹੋਈਆਂ ਨੇ ਅੰਗਰੇਜ਼ਾਂ ਅੱਗੇ। ਉਹ ਤੁਹਾਨੂੰ ਰਿਫਾਰਮਸ ਦੇ ਰਹੇ ਨੇ, ਬਹੁਤ ਜ਼ਿਆਦਾ ਪਾਵਰ ਨਹੀਂ ਸੀ ਦੇ ਰਹੇ, ਬਹੁਤ ਲਿਮਿਟਿਡ ਪਾਵਰ ਦੇ ਰਹੇ ਸੀ, ਮਿਲ ਰਹੀ ਸੀ ਪਾਵਰ, ਜਿਹਦੇ ਨਾਲ ਮੋਡਰੇਟ ਜਿਹੜੇ ਨੇ ਖੁਸ਼ ਸੀਗੇ ਕਿ ਸਾਨੂੰ ਪਾਵਰ ਮਿਲ ਰਹੀ ਹੈ, ਪਰ ਇਹ ਨਹੀਂ ਸੀ ਪਤਾ ਕਿ ਪਾਵਰ ਬਹੁਤ ਜ਼ਿਆਦਾ ਘੱਟ ਮਿਲ ਰਹੀ ਹੈ। ਗੱਲ ਕਰਾਂਗੇ ਜੀ ਗਵਰਨਮੈਂਟ ਆਫ ਇੰਡੀਆ ਐਕਟ ਦੀ, ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਹਿੰਦੇ ਕਿ ਇਹਨੂੰ ਆਪਾਂ ਕਹਿੰਦੇ ਕਿ ਮੋਂਟੈਗਿਊ ਕਲੈਮਸਫਰਡ ਰਿਫਾਰਮਸ ਵੀ ਕਹਿੰਦੇ ਆ। ਜੇ ਗੱਲ ਕਰਾਂਗੇ ਮੋਂਟੈਗਿਊ ਦੀ ਤਾਂ ਉਹ ਕੌਣ ਸੀ, ਆਪਣੇ ਸੈਕਟਰੀ ਆਫ ਸਟੇਟ ਸੀਗੇ ਤੇ ਕਲੈਮਸਫਰਡ ਜਿਹੜੇ ਸੀਗੇ ਉਹ ਇੰਡੀਆ ਦੇ ਵਾਇਸਰੋਏ। ਕਲੀਅਰ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਇਸ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਪਾਂ ਦੇਖਾਂਗੇ ਕੀ ਇੰਟਰੋਡਿਊਸ ਕੀਤਾ ਗਿਆ, ਡਾਇਆਰਕੀ ਸਿਸਟਮ ਇੰਟਰੋਡਿਊਸ ਕੀਤਾ ਗਿਆ। ਕਿੱਥੇ ਕੀਤਾ ਗਿਆ, ਵੈਰੀ ਇੰਪੋਰਟੈਂਟ, ਪ੍ਰੋਵਿੰਸਿਸ ਦੇ ਵਿੱਚ। ਇੰਡੀਆ ਦੀ ਜੇ ਗੱਲ ਕਰਾਂਗੇ ਤਾਂ ਇੰਡੀਆ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਕੀ ਮਿਲੇਗਾ, ਇੱਕ ਸੈਂਟਰ ਹੈ, ਸੈਂਟਰ ਤੋਂ ਨੀਚੇ ਕੀ ਨੇ, ਪ੍ਰੋਵਿੰਸਿਸ ਨੇ। ਠੀਕ ਹੈ ਜੀ, ਇੱਕ ਸੈਂਟਰ ਹੈ, ਸੈਂਟਰ ਦੇ ਨੀਚੇ ਸਟੇਟਸ ਨੇ। ਇਹ ਸਟੇਟਸ ਦੇ ਵਿੱਚ ਜਿਹਨਾਂ ਨੂੰ ਆਪਾਂ ਪ੍ਰੋਵਿੰਸਿਸ ਕਹਿ ਰਹੇ ਹਾਂ, ਇਹਨਾਂ ਦੇ ਵਿੱਚ ਸਿਸਟਮ ਲੈ ਕੇ ਆਇਆ ਜਾਏਗਾ ਜਿਹਨੂੰ ਆਪਾਂ ਕਹਾਂਗੇ ਡਾਇਆਰਕੀ ਸਿਸਟਮ। ਹੁਣ ਇਹ ਡਾਇਆਰਕੀ ਸਿਸਟਮ ਸੀ ਕੀ ਤੇ ਅਬੋਲਿਸ਼ ਕਦੋਂ ਹੋਏਗਾ ਤੇ ਆਇਆ ਕਦੋਂ। ਜੇ ਗੱਲ ਪੁੱਛੀ ਜਾਂਦੀ ਹੈ ਕਿ ਆਇਆ ਕਦੋਂ, ਤਾਂ ਯਾਦ ਰੱਖਿਓ ਡਾਇਆਰਕੀ ਸਿਸਟਮ 1919 ਦੇ ਐਕਟ ਨਾਲ ਆਏਗਾ। ਅਬੋਲਿਸ਼ ਕਦੋਂ ਹੋਏਗਾ, ਇਸ ਤੋਂ ਅਗਲਾ ਜਿਹੜਾ ਐਕਟ ਆਏਗਾ 1935 ਦਾ, ਉਹਦੇ ਵਿੱਚ ਇਸ ਸਿਸਟਮ ਨੂੰ ਖਤਮ ਕਰ ਦਿੱਤਾ ਜਾਏਗਾ। ਕਲੀਅਰ। ਹੁਣ ਕੁਐਸਚਨ ਇਹ ਬਣਦਾ ਕਿ ਡਾਇਆਰਕੀ ਸਿਸਟਮ ਸੀ ਕੀ ਜਿਹੜਾ ਆਪਾਂ ਇੰਡੀਅਨਸ ਨੂੰ ਪਾਵਰ ਦੇ ਰਿਹਾ ਸੀ, ਚਾਹੇ ਪਾਵਰ ਥੋੜੀ ਮਿਲ ਰਹੀ ਸੀ ਪਰ ਮਿਲ ਰਹੀ ਸੀ ਇਸ ਦੇ ਨਾਲ। ਦੇਖੋ ਜੀ ਡਾਇਆਰਕੀ ਕਿੱਥੇ ਆਏਗਾ, ਪਹਿਲੀ ਗੱਲ ਤਾਂ ਸਟੇਟਸ ਆਏਗਾ, ਪ੍ਰੋਵਿੰਸਿਸ ਆਏਗਾ। ਡਾਇਆਰਕੀ ਸਿਸਟਮ ਦੇ ਵਿੱਚ ਜਿੰਨੇ ਵੀ ਸਬਜੈਕਟ ਹੋਣਗੇ ਸਟੇਟ ਦੇ, ਉਹਨਾਂ ਨੂੰ ਕੀ ਕੀਤਾ ਜਾਏਗਾ, ਦੋ ਪਾਰਟਸ ਦੇ ਵਿੱਚ ਵੰਡ ਦਿੱਤਾ ਜਾਂਦਾ। ਇੱਕ ਪਾਰਟ ਨੂੰ ਕਿਹਾ ਜਾਏਗਾ ਕਿ ਇਹ ਪਾਰਟ ਕੀ ਹੈ ਜੀ, ਇਹ ਨੇ ਸਬਜੈਕਟ ਜਿਹੜੇ ਨੇ, ਇਹਨਾਂ ਨੂੰ ਆਪਾਂ ਕਹਾਂਗੇ ਰਿਜ਼ਰਵ ਸਬਜੈਕਟ। ਦੂਜੇ ਆਪਾਂ ਦੇਖਾਂਗੇ ਉਹਨਾਂ ਨੂੰ ਕਿਹਾ ਜਾਏਗਾ ਟ੍ਰਾਂਸਫਰਡ। ਠੀਕ ਹੈ ਜੀ, ਦੋ ਤਰ੍ਹਾਂ ਦੇ ਸਬਜੈਕਟ ਹੋਣਗੇ ਸਟੇਟ ਕੋਲ, ਉਹਨਾਂ ਨੂੰ ਵੰਡ ਦਿੱਤਾ ਜਾਏਗਾ ਦੋ ਹਿੱਸਿਆਂ ਦੇ। ਇੱਕ ਨੂੰ ਕਹਿ ਦੇਣਗੇ ਰਿਜ਼ਰਵ ਨੇ, ਇੱਕ ਕਹਿ ਦੇਣਗੇ ਟ੍ਰਾਂਸਫਰਡ ਹੈ। ਹੁਣ ਜੇ ਗੱਲ ਕਰੀਏ ਰਿਜ਼ਰਵ ਦੇ ਵਿੱਚ ਉਹ ਸਬਜੈਕਟ ਹੋਣਗੇ
ਉਹ ਮੁੱਦੇ ਹੋਣਗੇ ਜਿਨ੍ਹਾਂ 'ਚ ਪਾਵਰ ਜ਼ਿਆਦਾ ਹੋਏਗੀ, ਜਿਨ੍ਹਾਂ 'ਚ ਐਕਚੁਅਲ ਤਾਕਤ ਹੈ, ਜਿਵੇਂ ਰੈਵਨਿਊ, ਐਵੇਂ ਦੇ ਜਿੰਨੇ ਵੀ ਮੁੱਦੇ ਹੋਣਗੇ, ਪੁਲਿਸ, ਇਵੇਂ ਦੇ ਸਾਰੇ ਮੁੱਦੇ ਜਿਹੜੇ ਹੋਣਗੇ ਉਹ ਕਿਹਦੇ 'ਚ ਆਣਗੇ, ਰਿਜ਼ਰਵ 'ਚ ਆਣਗੇ। ਪਰ ਜਿਹੜੇ ਰਿਜ਼ਰਵ ਹੈ ਉਹਦੇ ਉੱਪਰ ਇੰਡੀਅਨਸ ਜਿਹੜੇ ਨੇ ਕੁਝ ਨਹੀਂ ਕਰ ਸਕਦੇ। ਇੰਡੀਅਨਸ ਨੂੰ ਜਿਹੜੀ ਸਬਜੈਕਟ ਮਿਲਣਗੇ ਕਿ ਉਹ ਇੰਡੀਆ ਜਿਹੜੇ ਨੇ ਲਾਅ ਬਣਾ ਸਕਦੇ ਨੇ, ਇੰਡੀਅਨਸ ਪ੍ਰੋਵਿੰਸਿਸ 'ਚ ਜਾ ਕੇ ਉਹ ਸਿਰਫ ਟਰਾਂਸਫਰਡ ਸਬਜੈਕਟ ਤੇ ਬਣਾ ਸਕਦੇ ਨੇ। ਤੇ ਜਿਹੜਾ ਰਿਜ਼ਰਵ ਸਬਜੈਕਟ ਹੈ ਉਹਦੇ ਉੱਪਰ ਪ੍ਰੋਵਿੰਸ ਦਾ ਜਿਹੜਾ ਗਵਰਨਰ ਹੋਏਗਾ ਉਹੀ ਬਣਾ ਸਕਦਾ, ਇਸ ਤੋਂ ਇਲਾਵਾ ਨਹੀਂ ਬਣਾਏਗਾ। ਕਲੀਅਰ? ਤਾਂ ਇੱਥੇ ਇੰਡੀਅਨਸ ਕੋਲ ਕੁਝ ਪਾਵਰ ਤਾਂ ਆਈ ਪਰ ਬਹੁਤ ਘੱਟ ਆਈ, ਕਿਉਂਕਿ ਟਰਾਂਸਫਰਡ ਦੇ ਵਿੱਚ ਜੇ ਗੱਲ ਕਰਾਂਗੇ ਨਾ ਤਾਂ ਸਬਜੈਕਟ ਆਪਣੇ ਕਿਵੇਂ ਦੇ ਸੀਗੇ, ਵੈਲਫੇਅਰ ਗੱਲ ਕਰਾਂਗੇ, ਇਹਦੇ 'ਚ ਆਏਗਾ ਆਪਣਾ ਐਜੂਕੇਸ਼ਨ, ਹੈਲਥ ਕੇਅਰ। ਹੁਣ ਜੇ ਤੁਹਾਡੇ ਕੋਲ ਰੈਵਨਿਊ ਹੀ ਨਹੀਂ ਹੈਗਾ, ਉੱਪਰੋਂ ਦੀ ਰੈਵਨਿਊ ਵੀ ਗਵਰਨਰ ਨਹੀਂ ਦੇ ਰਿਹਾ ਤੁਹਾਨੂੰ ਪ੍ਰੋਵਿੰਸਿਸ ਚੋਂ, ਤਾਂ ਤੁਸੀਂ ਇਹ ਸਬਜੈਕਟ ਜਿਹੜੇ ਨੇ ਇਹਨਾਂ ਦੇ ਉੱਪਰ ਕੁਝ ਕਰ ਹੀ ਨਹੀਂ ਸਕਦੇ। ਐਜੂਕੇਸ਼ਨ 'ਚ ਤੁਸੀਂ ਕੀ ਨਵੀਂ ਚੀਜ਼ਾਂ ਲਿਆਓਗੇ, ਤੁਹਾਨੂੰ ਰੈਵਨਿਊ ਹੀ ਨਹੀਂ ਮਿਲ ਰਿਹਾ। ਹਸਪੀਟਲਸ ਹੈ, ਬਾਕੀ ਗੱਲ ਕਰ ਸਕਦੇ ਹਾਂ ਵੈਲਫੇਅਰ, ਤੁਸੀਂ ਕੀ ਕਰ ਸਕਦੇ ਹੋ ਬਿਨਾਂ ਪੈਸੇ ਤੋਂ। ਕਲੀਅਰ? ਤਾਂ ਆਪਾਂ ਕਹਿ ਸਕਦੇ ਹਾਂ ਕਿ ਡਾਇਆਰਕੀ ਸਿਸਟਮ ਜਿਹੜਾ ਹੈ ਪ੍ਰੋਵਿੰਸਿਸ 'ਚ ਆਏਗਾ ਜ਼ਰੂਰ, ਇਹਦੇ ਨਾਲ ਇੰਡੀਅਨਸ ਨੂੰ ਪਾਵਰ ਮਿਲੇਗੀ ਜ਼ਰੂਰ, ਪਰ ਬਹੁਤ ਜ਼ਿਆਦਾ ਪਾਵਰ ਨਹੀਂ ਮਿਲ ਰਹੀ। ਅੰਗਰੇਜ਼ ਜਿਹੜੇ ਨੇ ਬਹੁਤ ਘੱਟ ਪਾਵਰ ਦੇ ਰਹੇ ਨੇ, ਪਰ ਮਿਲ ਰਹੀ ਹੈ ਪਾਵਰ। ਕਲੀਅਰ? ਤਾਂ ਯਾਦ ਰੱਖਿਓ, ਇਹਦੇ ਵਿੱਚ ਆਪਾਂ ਯਾਦ ਰੱਖਾਂਗੇ ਪ੍ਰੋਵਿੰਸਿਸ ਦੇ ਵਿੱਚ ਆਏਗਾ, ਸੈਂਟਰ ਦੇ ਵਿੱਚ ਕਦੀ ਡਾਇਆਰਕੀ ਸਿਸਟਮ ਨਹੀਂ ਆਏਗਾ। ਤੁਹਾਡੇ ਪੇਪਰ ਦੇ ਵਿੱਚ ਇਹੀ ਕੁਐਸਚਨ ਬਾਰ-ਬਾਰ ਆਉਂਦਾ ਹੈ, ਡਾਇਆਰਕੀ ਜਿਹੜਾ ਹੈ ਸੈਂਟਰ 'ਚ ਲਾਏਗਾ। ਸੈਂਟਰ 'ਚ ਨਹੀਂ ਲੱਗਦਾ ਜੀ ਡਾਇਆਰਕੀ, ਪ੍ਰੋਵਿੰਸਿਸ 'ਚ ਮਿਲਦਾ ਹੈ। ਕਲੀਅਰ? ਯਾਲੋ ਜੀ, ਗੱਲ ਕਰਾਂਗੇ ਇੱਥੇ ਸਬਜੈਕਟ ਜਿਹੜੇ ਨੇ ਦੋ ਪਾਰਟਸ ਡਿਵਾਈਡ ਹੋਣਗੇ, ਰਿਜ਼ਰਵ ਤੇ ਟਰਾਂਸਫਰਡ। ਨੈਕਸਟ ਯਾਦ ਰੱਖਣਾ ਆਪਾਂ ਜਿਹੜੇ ਪੁਆਇੰਟ ਯਾਦ ਰੱਖਣੇ ਨੇ, ਸਿੱਧੇ ਕੁਐਸਚਨ ਪੁੱਛੇ ਜਾਂਦੇ ਨੇ ਗਵਰਨਮੈਂਟ ਆਫ ਇੰਡੀਆ ਐਕਟ 1919 ਤੋਂ। ਤਾਂ ਯਾਦ ਰੱਖਿਓ ਇੱਥੇ ਕਿ ਇਸ ਐਕਟ ਦੇ ਨਾਲ ਕੀ ਕੀਤਾ ਜਾ ਰਿਹਾ, ਇੱਕ ਬਾਈਕੈਮਰਲ ਲੈਜਿਸਲੇਚਰ ਐਸਟੈਬਲਿਸ਼ ਕੀਤੀ ਜਾ ਰਹੀ ਹੈ, ਕਿੱਥੇ, ਸੈਂਟਰ ਦੇ ਵਿੱਚ। ਮਤਲਬ ਕਿ ਸੈਂਟਰ ਦੇ ਵਿੱਚ ਦੋ ਹਾਊਸਿਸ ਬਣਾ ਦਿੱਤੇ ਗਏ। ਕਲੀਅਰ? ਹੁਣ ਦੋ ਹਾਊਸਿਸ ਜਿਵੇਂ ਲੋਕ ਸਭਾ, ਰਾਜ ਸਭਾ, ਇਹ ਕਿਹੜੇ ਐਕਟ ਨਾਲ ਬਣਾਏ ਗਏ ਨੇ, 1919 ਦੇ ਐਕਟ ਨਾਲ ਬਣਾਏ ਗਏ ਸੀ ਸੈਂਟਰ ਦੇ ਵਿੱਚ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਥਰਡ ਪੁਆਇੰਟ, ਮੋਸਟ ਇੰਪੋਰਟੈਂਟ ਪੁਆਇੰਟ ਥਰਡ, ਤਾਂ ਯਾਦ ਰੱਖਿਓ ਕਮਿਊਨਲ ਰਿਪਰੈਜ਼ੈਂਟੇਸ਼ਨ। ਕਹਿਣ ਦਾ ਕੀ ਭਾਵ ਹੈ, ਸੈਪਰੇਟ ਇਲੈਕਟੋਰੇਟ। ਪਹਿਲਾਂ 1909 ਦੇ ਐਕਟ ਦੇ ਵਿੱਚ, ਜਿਹਨੂੰ ਆਪਾਂ ਮਾਰਲੀਮੈਂਟੋ ਰਿਫਾਰਮਸ ਵੀ ਕਹਿੰਦੇ ਆ, ਸਿਰਫ ਮੁਸਲਿਮਸ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਗਿਆ ਸੀ। ਤੇ ਸੈਪਰੇਟ ਇਲੈਕਟੋਰੇਟ ਦੀ ਜਿਹੜੀ ਪਾਲਿਸੀ ਹੈ ਅੰਗਰੇਜ਼ਾਂ ਦੀ, ਇਹ ਕੀ ਸੀ, ਡਿਵਾਈਡ ਐਂਡ ਰੂਲ। ਅੰਗਰੇਜ਼ਾਂ ਨੇ ਮੁਸਲਿਮਸ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ ਸੀ ਤਾਂ ਕਿ ਇੰਡੀਆ ਦੇ ਵਿੱਚ ਰਿਲੀਜੀਅਸ ਲਾਈਨਸ ਦੇ ਉੱਪਰ, ਧਰਮ ਦੇ ਆਧਾਰ ਦੇ ਉੱਤੇ ਵੰਡੀਆਂ ਪਾਈਆਂ ਜਾਣ। ਹੁਣ ਇੱਕ ਧਰਮ ਨੂੰ ਕਿਹਾ ਜਾਏਗਾ ਕਿ ਤੁਹਾਨੂੰ ਕੋਲ ਕੀ ਹੈ, ਸੈਪਰੇਟ ਇਲੈਕਟੋਰੇਟ ਹੈ। ਮੁਸਲਿਮਸ ਜਿਹੜੇ ਨੇ ਜਿਸ ਕਨਸਟੀਟਿਊਐਂਸੀ ਦੇ ਵਿੱਚ ਖੜਨਗੇ, ਜਿਹੜੀ ਵੀ ਰਿਜ਼ਰਵ ਹੋ ਜਾਏਗੀ ਉਹਨਾਂ ਲਈ, ਤਾਂ ਉੱਥੋਂ ਦੇ ਸਿਰਫ ਮੁਸਲਿਮ ਹੀ ਉਹਨਾਂ ਨੂੰ ਵੋਟ ਕਰ ਸਕਦੇ ਨੇ, ਬਾਕੀ ਦੇ ਲੋਕ ਵੋਟ ਨਹੀਂ ਕਰ ਸਕਣਗੇ। ਇਸ ਚੀਜ਼ ਨੂੰ ਹੋਰ ਵਧਾਉਂਦੇ ਹੋਏ ਅੰਗਰੇਜ਼, ਮਤਲਬ ਕਿ ਆਪਾਂ ਦੇਖ ਸਕਦੇ ਹਾਂ ਅਜੇ ਵੀ ਉਹ ਸਾਡੀ ਸੋਸਾਇਟੀ ਨੂੰ ਕਿੰਨਾ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਨੇ ਕੀ ਕੀਤਾ, ਸੈਪਰੇਟ ਇਲੈਕਟੋਰੇਟ ਦਿੱਤੇ, ਕਿਹਨਾਂ ਨੂੰ, ਸਿੱਖਸ ਨੂੰ ਦਿੱਤੇ, ਯੂਰੋਪੀਅਨਸ ਨੂੰ ਦਿੱਤੇ, ਐਂਗਲੋ ਇੰਡੀਅਨਸ ਨੂੰ ਦਿੱਤੇ। ਠੀਕ ਹੈ ਜੀ, ਇੱਥੇ ਪਾਰਸੀਜ਼ ਨੂੰ ਵੀ ਮਿਲਣਗੇ ਸੈਪਰੇਟ ਇਲੈਕਟੋਰੇਟ, ਇਹ ਯਾਦ ਰੱਖਾਂਗੇ ਆਪਾਂ। ਹੁਣ ਇੱਥੇ ਕੀਤਾ ਕੀ ਜਾ ਰਿਹਾ, ਸੈਪਰੇਟ ਇਲੈਕਟੋਰੇਟ ਹੋਰ ਜ਼ਿਆਦਾ ਵੰਡੇ ਜਾ ਰਹੇ ਨੇ। ਨੈਕਸਟ ਜਿਹੜਾ ਆਪਾਂ ਪੁਆਇੰਟ ਯਾਦ ਰੱਖਾਂਗੇ, ਦੇਖੋ ਜੀ, ਉਹ ਹੈ ਆਪਣਾ ਸਟਿਕ ਦਾ। ਕੈਰੇਟ ਦੇ ਵਿੱਚ ਮੋਡਰੇਟਸ ਨੂੰ ਕੀ ਮਿਲੀ, ਕੁਝ ਪਾਵਰ ਮਿਲ ਗਈ, ਰਿਫਾਰਮਸ ਮਿਲ ਗਏ। ਡਾਇਆਰਕੀ ਸਿਸਟਮ ਆ ਗਿਆ ਪ੍ਰੋਵਿੰਸਿਸ ਦੇ ਵਿੱਚ, ਕੁਝ ਸਬਜੈਕਟ ਮਿਲ ਗਏ ਮੋਡਰੇਟਸ ਨੂੰ, ਉਹ ਕੀ ਕਰ ਸਕਦੇ ਨੇ, ਉਹਦੇ ਉੱਪਰ ਜਾ ਕੇ ਪ੍ਰੋਵਿੰਸਿਸ ਦੇ ਵਿੱਚ ਜਾ ਕੇ ਕੀ ਕਰ ਸਕਦੇ ਨੇ, ਉਸ ਦੇ ਉੱਪਰ ਲੈਜਿਸਲੇਸ਼ਨ ਕਰ ਸਕਦੇ ਨੇ, ਐਕਟ ਬਣਵਾ ਸਕਦੇ ਨੇ। ਪਰ ਪੈਸੇ ਨਹੀਂ ਹੈਗੇ, ਇੰਪੋਰਟੈਂਟ ਜਿੰਨੇ ਵੀ ਸਬਜੈਕਟ ਨੇ ਉਹ ਗਵਰਨਰ ਕੋਲ ਹੀ ਨੇ ਉੱਥੋਂ ਦੇ ਪ੍ਰੋਵਿੰਸ ਦੇ। ਨੈਕਸਟ ਸਟਿਕ ਦੀ ਗੱਲ ਕਰਦੇ ਹਾਂ। ਹੁਣ ਸਟਿਕ ਦੀ ਜ਼ਰੂਰੀ ਕਿਉਂ ਸੀ, ਜੇ ਅੰਗਰੇਜ਼ ਜਿਹੜੇ ਨੇ ਕੈਰੇਟ ਵੀ ਦਿਖਾਣਗੇ ਤਾਂ ਨਾਲ ਸੋਟੀ ਵੀ ਦਿਖਾ ਰਹੇ ਨੇ। ਹੁਣ ਸਟਿਕ ਦੇ ਵਿੱਚ ਦੇਖਾਂਗੇ ਆਪਾਂ, ਐਕਟ ਆਏਗਾ ਜੀ, ਰੌਲੈਟ ਐਕਟ। ਜਿੰਨੀਆਂ ਵੀ ਆਪਾਂ ਕਹਿ ਸਕਦੇ ਕਿ ਅੰਗਰੇਜ਼ਾਂ ਦੇ ਖਿਲਾਫ ਕੀ ਚੱਲ ਰਹੀਆਂ ਹੋਣਗੀਆਂ, ਆਪਾਂ ਕਹਿ ਸਕਦੇ ਹਾਂ ਕਿ ਮੁਹਿੰਮ ਚੱਲ ਰਹੀਆਂ ਹੋਣਗੀਆਂ, ਉਹਨਾਂ ਨੂੰ ਦੱਬਣ ਲਈ, ਕਿਤੇ ਨਾ ਕਿਤੇ ਜ਼ੋਰ ਅਜਮਾਇਸ਼ ਕਰਨ ਲਈ, ਬਾਕੀਆਂ ਨੂੰ ਦਬਾਉਣ ਲਈ। ਠੀਕ ਹੈ ਜੀ, ਇੱਕ ਐਕਟ ਆਏਗਾ ਜਿਹਨੂੰ ਕਿਹਾ ਜਾਏਗਾ ਰੌਲੈਟ ਐਕਟ। ਹੁਣ ਕਈ ਵਾਰ ਕੁਐਸਚਨ ਪੇਪਰਾਂ 'ਚ ਦੇਖਿਆ ਗਿਆ, ਰੌਲੈਟ ਐਕਟ ਐਜ਼ ਇਟ ਇਜ਼ ਤੁਹਾਨੂੰ ਨਹੀਂ ਪੁੱਛਿਆ ਜਾਂਦਾ। ਰੌਲੈਟ ਐਕਟ ਕਈ ਵਾਰ ਕੁਐਸਚਨ ਜਿਹੜਾ ਹੈ ਡਿਫਿਕਲਟ ਆਉਂਦਾ ਤਾਂ ਉਹ ਪੁੱਛ ਲੈਂਦੇ ਨੇ, ਰੌਲੈਟ ਐਕਟ ਦਾ ਇੱਕ ਹੋਰ ਨਾਮ ਸੀ। ਆਪਾਂ ਤਾਂ ਸਾਰੇ ਰੌਲੈਟ ਐਕਟ ਪੜ੍ਹ ਕੇ ਚਲੇ ਜਾਂਦੇ ਹਾਂ, ਦੂਜਾ ਨਾਮ ਵੀ ਆਪਾਂ ਯਾਦ ਰੱਖਣਾ ਹੈ। ਤਾਂ ਦੂਜਾ ਨਾਮ ਯਾਦ ਰੱਖਿਓ ਜੀ, ਅਨਾਰਕੀਅਲ ਐਂਡ ਰੈਵੋਲੂਸ਼ਨਰੀ ਕ੍ਰਾਈਮਸ ਐਕਟ 1919। ਕਈ ਵਾਰ ਪੇਪਰ ਦੇ ਵਿੱਚ ਤੁਹਾਨੂੰ ਰੌਲੈਟ ਐਕਟ ਦੀ ਜਗ੍ਹਾ ਇਹਦਾ ਨਾਮ ਲਿਖਿਆ ਦੇਖਣ ਨੂੰ ਮਿਲ ਜਾਂਦਾ ਹੈ। ਪੰਜਾਬ ਦੇ ਵਿੱਚ ਪੇਪਰਾਂ ਦੇ ਵਿੱਚ ਐਵੇਂ ਦੀ ਚੀਜ਼ਾਂ ਕਾਫੀ ਦੇਖਣ ਨੂੰ ਮਿਲਦੀਆਂ ਨੇ। ਹੁਣ ਇਹ ਰੌਲੈਟ ਐਕਟ ਹੈ ਕੀ ਸੀ, ਇਹ ਅੰਗਰੇਜ਼ਾਂ ਨੂੰ ਪਾਵਰ ਕਿਵੇਂ ਮਿਲ ਰਹੀ ਹੈ ਇਹਦੇ ਤੋਂ। ਦੇਖੋ ਜੀ, ਰੌਲੈਟ ਐਕਟ ਸਿੱਧੀ ਇਹ ਗੱਲ ਹੈ, ਜੇ ਅੰਗਰੇਜ਼ਾਂ ਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਖਿਲਾਫ ਜਾਂ ਅੰਗਰੇਜ਼ਾਂ ਦੇ ਆਪਾਂ ਕਹਿ ਸਕਦੇ ਕਿ ਸਾਮਰਾਜ ਦੇ ਖਿਲਾਫ, ਉਹਨਾਂ ਦੇ ਅੰਪਾਇਰ ਦੇ ਖਿਲਾਫ ਕੋਈ ਵੀ ਕੰਮ ਕਰ ਰਹੇ ਹੋ, ਜੇ ਉਹਨਾਂ ਨੂੰ ਸ਼ੱਕ ਵੀ ਹੈ ਤਾਂ ਉਹ ਉਸ ਬੰਦੇ ਨੂੰ 2 ਸਾਲ ਲਈ ਚੱਕ ਲੈਣਗੇ। ਨਾ ਹੀ ਤੁਸੀਂ ਕਿਸੇ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਹੋ, ਨਾ ਹੀ ਕਿਸੇ ਅੱਗੇ ਆਪਣੀ ਦਲੀਲ ਰੱਖ ਸਕਦੇ ਹੋ। 2 ਸਾਲ ਲਈ ਤੁਸੀਂ ਸਿੱਧਾ ਹੀ ਅੰਦਰ ਹੋ ਜੇਲ੍ਹ ਦੇ। ਇਹ ਸੀਗਾ ਰੌਲੈਟ ਐਕਟ। ਇਹਨੇ ਅੰਗਰੇਜ਼ਾਂ ਨੂੰ ਕਾਫੀ ਜ਼ਿਆਦਾ ਤਾਕਤ ਦਿੱਤੀ ਵੀ ਉਹ ਜਿਹਦੇ ਤੇ ਵੀ ਸ਼ੱਕ ਪੈਂਦਾ ਸੀ ਉਹਨੂੰ ਚੱਕ ਲੈਂਦੇ ਸੀ 2 ਸਾਲ ਲਈ। ਕਲੀਅਰ? ਚਲੋ ਜੀ, ਅੱਗੇ ਗੱਲ ਕਰਦੇ ਹਾਂ। ਇਸ ਐਕਟ ਨੂੰ ਆਪਾਂ ਤਾਂ ਹੀ ਆਪਾਂ ਕੀ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਨੋ ਅਪੀਲ ਨੋ ਦਲੀਲ। ਤਾਂ ਇਹ ਚੰਗਾ ਚੀਜ਼ ਨਹੀਂ ਸੀ। ਇਸ ਐਕਟ ਨੂੰ ਗਾਂਧੀ ਜੀ ਬਲੈਕ ਲਾਅ ਵੀ ਕਹਿਣਗੇ। ਕਿਤੇ ਨਾ ਕਿਤੇ ਅੰਗਰੇਜ਼ਾਂ ਦੀ ਕਾਫੀ ਜ਼ਿਆਦਾ ਇਹਦੇ ਨਾਲ ਕੀ ਕਰਨਗੇ, ਅੰਗਰੇਜ਼ ਮਿਸਯੂਜ਼ ਕਰਨਗੇ ਇਸ ਦਾ।
ਅੱਗੇ ਗੱਲ ਕਰਦੇ ਜੀ ਇਸ ਐਕਟ ਦੀ, ਤਾਂ ਆਪਾਂ ਇਹਦਾ ਨਾਮ ਯਾਦ ਰੱਖਣਾ ਸਭ ਤੋਂ ਪਹਿਲਾਂ ਤਾਂ ਅਨਾਰਕੀਅਲ ਐਂਡ ਰੈਵੋਲੂਸ਼ਨਰੀ ਕ੍ਰਾਈਮਸ ਐਕਟ 1919। ਇਸ ਤੋਂ ਇਲਾਵਾ ਜੀ ਗੱਲ ਕਰਾਂਗੇ ਇਸ ਤੋਂ ਪਹਿਲਾਂ ਕੋਈ ਐਕਟ ਸੀ, ਤਾਂ ਇਸ ਤੋਂ ਪਹਿਲਾਂ ਇੱਕ ਐਕਟ ਸੀਗਾ ਜਿਸ ਦਾ ਨਾਮ ਸੀਗਾ ਡਿਫੈਂਸ ਆਫ ਇੰਡੀਆ ਐਕਟ। ਉਸ ਨੂੰ ਰਿਪਲੇਸ ਕਰੇਗਾ ਆਪਣਾ ਰੌਲਟ ਐਕਟ। ਐਜ਼ ਇਟ ਇਜ਼ ਹੀ ਕੁਐਸਚਨ ਜਿਹੜਾ ਹੈ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ, ਤੇ ਤੁਸੀਂ ਇਹ ਇੰਪੋਰਟੈਂਟ ਨੇ 2-3 ਫੈਕਟ ਜਿਹੜੇ ਰੌਲਟ ਐਕਟ ਦੇ ਯਾਦ ਰੱਖਣੇ ਨੇ। ਨੈਕਸਟ ਜੀ ਗੱਲ ਕਰਾਂਗੇ ਆਪਾਂ ਰੌਲਟ ਐਕਟ ਦੇ ਨਾਲ ਹੀ ਰਿਲੇਟਡ ਆਪਣਾ ਜਲਿਆਂਵਾਲਾ ਬਾਗ ਮੈਸੇਕਰ। ਜਲਿਆਂਵਾਲਾ ਬਾਗ ਮੈਸੇਕਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ ਹੋ ਕੀ ਰਿਹਾ ਸੀ, ਇਸ ਨੂੰ ਥੋੜਾ ਜਿਹਾ ਨਾ ਆਪਾਂ ਕ੍ਰੋਨੋਲੋਜੀ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਬਣ ਕੀ ਰਿਹਾ ਸੀ। ਹੁਣ ਦੇਖੋ ਇਹਦੇ ਵਿੱਚ ਹੀ ਆਪਾਂ ਦੇਖਾਂਗੇ ਰੌਲਟ ਸੱਤਿਆਗ੍ਰਹਿ ਵੀ ਪੜਾਂਗੇ। ਹੁਣ ਰੌਲਟ ਸੱਤਿਆਗ੍ਰਹਿ ਕੀ ਸੀ, ਜਲਿਆਂਵਾਲਾ ਬਾਗ ਮੈਸੇਕਰ ਕਦੋਂ ਹੈ, ਰੌਲਟ ਐਕਟ ਕਦੋਂ ਆਇਆ। ਦੇਖੋ ਰੌਲਟ ਐਕਟ ਆਉਣ ਤੋਂ ਪਹਿਲਾਂ ਦੀ ਜੇ ਗੱਲ ਕਰਾਂਗੇ ਨਾ ਤਾਂ ਰੌਲਟ ਐਕਟ ਆਉਣ ਤੋਂ ਪਹਿਲਾਂ ਹੀ ਜਿਹੜੇ ਆਮ ਲੋਕ ਹੋਣਗੇ, ਜਿਹੜੇ ਕਾਂਗਰਸ ਦੇ ਆਪਾਂ ਕਹਿ ਸਕਦੇ ਹਾਂ ਲੀਡਰਸ ਨੇ, ਉਹਨਾਂ ਨੂੰ ਪਤਾ ਹੈ ਕਿ ਅੰਗਰੇਜ਼ ਜਿਹੜੇ ਨੇ ਐਵੇਂ ਦਾ ਕੀ ਲੈ ਕੇ ਆ ਰਹੇ ਨੇ, ਇੱਕ ਐਕਟ ਲੈ ਕੇ ਆ ਰਹੇ ਨੇ। ਤਾਂ ਗਾਂਧੀ ਜੀ ਕੀ ਕਰਨਗੇ, ਗਾਂਧੀ ਜੀ ਨੂੰ ਪਤਾ ਲੱਗ ਗਿਆ ਕਿ ਰੌਲਟ ਐਕਟ ਆਉਣ ਵਾਲਾ ਹੈ, ਜਿਹੜੀ ਸਰਕਾਰ ਹੈ ਉਹ ਪੇਸ਼ ਕਰੇਗੀ, ਪਾਸ ਕਰਵਾਏਗੀ, ਤੇ ਸਰਕਾਰ ਕੋਲ ਬਹੁਤ ਜ਼ਿਆਦਾ ਇਸ ਦੇ ਉੱਪਰ ਪਾਵਰ ਆ ਜਾਏਗੀ। ਇਸ ਨਾਲ ਤਾਂ ਸਰਕਾਰ ਜਿਹੜੀ ਹੈ ਕਿਸੇ ਨੂੰ ਵੀ 2 ਸਾਲ ਲਈ ਚੱਕ ਕੇ ਜੇਲ੍ਹ 'ਚ ਰੱਖ ਸਕਦੀ ਹੈ। ਤਾਂ ਗਾਂਧੀ ਜੀ ਕੀ ਕਰਨਗੇ, ਗਾਂਧੀ ਜੀ ਇੱਥੇ ਰੌਲਟ ਐਕਟ ਦੇ ਅਗੇਂਸਟ ਹੀ ਇੱਕ ਸੱਤਿਆਗ੍ਰਹਿ ਸ਼ੁਰੂ ਕਰਨਗੇ, ਜਿਹਨੂੰ ਕਿਹਾ ਜਾਂਦਾ ਹੈ ਰੌਲਟ ਸੱਤਿਆਗ੍ਰਹਿ। ਕਿਹੜੇ ਸਾਲ 'ਚ ਸ਼ੁਰੂ ਹੋਏਗਾ ਰੌਲਟ ਸੱਤਿਆਗ੍ਰਹਿ? 1919 'ਚ ਸ਼ੁਰੂ ਹੋਏਗਾ। 1919 ਸ਼ੁਰੂ ਹੋਏਗਾ, ਜਲਿਆਂਵਾਲਾ ਬਾਗ ਤੋਂ ਪਹਿਲਾਂ ਹੋਏਗਾ। ਕ੍ਰੋਨੋਲੋਜੀ ਪੇਪਰ ਪੰਜਾਬ ਦਾ ਨਾਇਬ ਤਹਿਸੀਲਦਾਰ ਦਾ ਦੇਖ ਲਓ ਜਾਂ ਕੋਈ ਵੀ ਕਲੈਰੀਕਲ ਦੇਖ ਲਓ, ਤੁਹਾਨੂੰ ਇੱਕ ਕ੍ਰੋਨੋਲੋਜੀ ਲਗਾਉਣ ਨੂੰ ਆ ਜਾਂਦੀ ਹੈ। ਉਹ ਧਿਆਨ ਰੱਖਿਓ ਜਿਹੜਾ ਰੌਲਟ ਸੱਤਿਆਗ੍ਰਹਿ ਜਲਿਆਂਵਾਲਾ ਬਾਗ ਤੋਂ ਪਹਿਲਾਂ ਹੋ ਰਿਹਾ। ਹੁਣ ਗਾਂਧੀ ਜੀ ਜਿਹੜੇ ਨੇ ਇੱਕ ਸੱਤਿਆਗ੍ਰਹਿ ਲਾਂਚ ਕੀਤਾ, ਗਾਂਧੀ ਜੀ ਨੇ ਰੌਲਟ ਐਕਟ ਨੂੰ ਵਾਪਿਸ ਲਿਆ ਜਾਵੇ। ਹੁਣ ਇਹ ਵਾਪਿਸ ਲੈਣ ਲਈ ਗਾਂਧੀ ਜੀ ਸੱਤਿਆਗ੍ਰਹਿ ਕਰ ਰਹੇ ਨੇ, ਕਿੱਧਰ ਨੂੰ ਜਾ ਰਹੇ ਨੇ, ਦਿੱਲੀ ਵੱਲ ਨੂੰ ਜਾ ਰਹੇ ਨੇ। ਪਰ ਜਦੋਂ ਗਾਂਧੀ ਜੀ ਦਿੱਲੀ ਪਹੁੰਚਣ ਵਾਲੇ ਹੋਣਗੇ ਤਾਂ ਗਾਂਧੀ ਜੀ ਨੂੰ ਦਿੱਲੀ ਤੋਂ ਪਹਿਲਾਂ ਹੀ ਕੀ ਕਰ ਦਿੱਤਾ ਜਾਏਗਾ, ਅਰੈਸਟ ਕਰ ਦਿੱਤਾ ਜਾਂਦਾ। ਇੱਧਰ ਗਾਂਧੀ ਜੀ ਨੂੰ ਅਰੈਸਟ ਕੀਤਾ ਜਾਂਦਾ 9 ਅਪ੍ਰੈਲ ਨੂੰ, ਦੂਜੇ ਪਾਸੇ ਪੰਜਾਬ ਦੇ ਵਿੱਚ ਗਾਂਧੀ ਜੀ ਦਾ ਹੀ ਹੈ ਜਿਹੜਾ ਰੌਲਟ ਸੱਤਿਆਗ੍ਰਹਿ, ਪੰਜਾਬ ਦੇ ਵਿੱਚ ਵੀ ਕੁਝ ਲੋਕ ਚਲਾ ਰਹੇ ਹੋਣਗੇ। ਤਾਂ ਉਹਦੇ 'ਚ ਨਾਮ ਯਾਦ ਰੱਖਿਓ, ਡਾਕਟਰ ਸਤਪਾਲ ਤੇ ਸੈਫੂਦੀਨ ਕਿਚਲੀ। ਡਾਕਟਰ ਸਤਪਾਲ ਤੇ ਸੈਫੂਦੀਨ ਕਿਚਲੀ ਨੂੰ 10 ਅਪ੍ਰੈਲ ਨੂੰ ਕੀ ਕਰ ਲਿੱਤਾ ਜਾਂਦਾ ਹੈ, ਅਰੈਸਟ ਕਰ ਲੈਂਦੀ ਹੈ ਸਰਕਾਰ। ਕਿਉਂ ਕਰ ਲੈਂਦੀ ਹੈ? ਕਿਉਂਕਿ ਇਹ ਵੀ ਰੌਲਟ ਸੱਤਿਆਗ੍ਰਹਿ ਦੇ ਵਿੱਚ ਕੀ ਸੀਗੇ, ਸਪੋਰਟ ਕਰ ਰਹੇ ਸੀ, ਪੰਜਾਬ ਦੇ ਵਿੱਚ ਰੌਲਟ ਸੱਤਿਆਗ੍ਰਹਿ ਨੂੰ ਲੀਡ ਕਰ ਰਹੇ ਸੀ। ਹੁਣ ਜਦੋਂ ਡਾਕਟਰ ਸਤਪਾਲ ਤੇ ਸੈਫੂਦੀਨ ਕਿਚਲੀ ਨੂੰ ਸਰਕਾਰ ਕੀ ਕਰ ਲੇਗੀ, ਅਰੈਸਟ ਕਰ ਲੇਗੀ, ਤੇ ਪਤਾ ਨਹੀਂ ਹੋਏਗਾ ਕਿੱਥੇ ਨੇ। ਤਾਂ ਇਸ ਦੇ ਅਗੇਂਸਟ ਕੀ ਹੋਏਗਾ ਆਪਾਂ ਦੇਖਾਂਗੇ, ਜਲਿਆਂਵਾਲਾ ਬਾਗ ਦੇ ਵਿੱਚ ਕੁਝ ਲੋਕ ਜਿਹੜੇ ਨੇ ਇਕੱਠੇ ਹੋਣਗੇ, ਪ੍ਰੋਟੈਸਟ ਕਰ ਰਹੇ ਨੇ। ਜਦੋਂ ਡਾਕਟਰ ਸੈਫੂਦੀਨ ਕਿਚਲੀ ਤੇ ਡਾਕਟਰ ਸਤਪਾਲ ਨੂੰ ਅਰੈਸਟ ਕਰ ਲਿਆ ਤਾਂ ਉਹਨਾਂ ਦੀ ਅਰੈਸਟ ਦੇ ਅਗੇਂਸਟ ਦੇ ਵਿੱਚ ਕੁਝ ਲੋਕ ਜਲਿਆਂਵਾਲਾ ਬਾਗ ਦੇ ਵਿੱਚ ਇਕੱਠੇ ਹੋਣਗੇ। ਤਾਂ ਉੱਥੇ ਜਿਹੜੇ ਆਪਾਂ ਗੱਲ ਕਰਦੇ ਕਈ ਵਾਰ ਕੁਐਸਚਨ ਆ ਜਾਂਦਾ ਕਿ ਡਾਕਟਰ ਜੇ ਜਲਿਆਂਵਾਲਾ ਬਾਗ ਦੇ ਵਿੱਚ ਲੋਕ ਇਕੱਠੇ ਕਿਉਂ ਹੋ ਰਹੇ ਸੀ, ਤਾਂ ਉਹ ਡਾਕਟਰ ਸਤਪਾਲ ਤੇ ਸੈਫੂਦੀਨ ਕਿਚਲੀ ਦੀ ਅਰੈਸਟ ਦੇ ਅਗੇਂਸਟ ਹੋ ਰਹੇ ਸੀ। ਤਾਂ ਉੱਥੇ ਆਪਾਂ ਦੇਖਾਂਗੇ ਕਿ ਜਿਹੜੇ ਜਨਰਲ ਡਾਇਰ ਸੀਗੇ ਉਹ ਆਪਣੀ ਸੈਨਾ ਲੈ ਕੇ ਆ ਜਾਣਗੇ ਜਲਿਆਂਵਾਲਾ ਬਾਗ ਦੇ ਵਿੱਚ, ਤੇ ਉਹ ਕਹਿਣਗੇ ਕਿ ਇੱਥੇ ਤਾਂ ਜੀ 144 ਲੱਗੀ ਹੋਈ ਸੀ ਤੇ ਨਿਹੱਥੇ ਲੋਕਾਂ ਦੇ ਉੱਪਰ ਫਾਇਰ ਖੋਲ ਦਿੱਤਾ ਜਾਏਗਾ। ਉੱਥੇ ਬਹੁਤ ਜ਼ਿਆਦਾ ਬੱਚੇ ਸ਼ਹੀਦ ਹੋਣਗੇ, ਠੀਕ ਹੈ ਜੀ, ਬੱਚੇ ਕੀ, ਵੱਡੇ ਕੀ, ਬਜ਼ੁਰਗ ਕੀ, ਮਾਤਾਵਾਂ ਕੀ, ਭੈਣਾਂ ਕੀ, ਸਭ ਉੱਥੇ ਕੀ ਨੇ, ਸ਼ਹੀਦ ਹੋਣਗੇ। ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਏਗਾ ਜਲਿਆਂਵਾਲਾ ਬਾਗ, ਉਹ ਸਾਰਾ ਇੰਸੀਡੈਂਸ ਹੋਏਗਾ। ਹੁਣ ਕੁਐਸਚਨ ਇਹ ਬਣਦਾ ਕਿ ਜਲਿਆਂਵਾਲਾ ਬਾਗ ਜਿਹੜਾ ਸੀ ਉੱਥੇ ਗੋਲੀ ਚਲਾਈ ਕਿਹਨਾਂ ਨੇ? ਤਾਂ ਗੋਲੀ ਚਲਾਈ ਸੀਗੀ ਜਨਰਲ ਡਾਇਰ ਨੇ। ਇੱਥੇ ਕਾਫੀ ਕਨਫਿਊਜ਼ਨ ਬੱਚਿਆਂ ਨੂੰ ਰਹਿੰਦੀ ਹੈ, ਤਾਂ ਯਾਦ ਰੱਖਿਓ ਜੀ ਜਨਰਲ ਡਾਇਰ ਨੇ ਗੋਲੀ ਚਲਵਾਈ ਸੀ। ਜਿਹੜੇ ਉੱਥੇ ਗੋਲੀ ਚਲਾਈ ਗਈ ਸੈਨਾ ਜਿਨ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਗੱਲ ਮੰਨ ਰਹੇ ਨੇ, ਉਹ ਜਨਰਲ ਡਾਇਰ ਨੇ ਗੋਲੀ ਚਲਵਾਈ। ਪਰ ਆਪਾਂ ਕਈ ਵਾਰ ਨਿਊਜ਼ 'ਚ ਪੜ੍ਹਦੇ ਹਾਂ ਉਦਮ ਸਿੰਘ ਨੇ ਜਨਰਲ ਡਾਇਰ ਨੂੰ ਨਹੀਂ ਸੀ ਮਾਰਿਆ। ਜਨਰਲ ਡਾਇਰ ਨੂੰ ਨਹੀਂ ਮਾਰਨਗੇ, ਉਦਮ ਸਿੰਘ ਕਿਹਨਾਂ ਨੂੰ ਮਾਰਨਗੇ? ਉਦਮ ਸਿੰਘ ਮਾਰਨਗੇ ਮਾਈਕਲ ਓਡਵਾਇਰ ਨੂੰ। ਠੀਕ ਹੈ ਜੀ, ਨਾਮ ਯਾਦ ਰੱਖਿਓ, ਮਾਈਕਲ ਓਡਵਾਇਰ ਹੈ, ਜਨਰਲ ਡਾਇਰ ਨਹੀਂ ਹੈਗਾ। ਉਦਮ ਸਿੰਘ ਜਿਹੜੇ ਨੇ ਸਨਾਮ ਤੋਂ ਜਿਨ੍ਹਾਂ ਦਾ ਬਰਥ ਹੋਏਗਾ, ਠੀਕ ਹੈ ਜੀ, ਉਹ ਉਹਨਾਂ ਦਾ ਆਪਾਂ ਕਹਿ ਸਕਦੇ ਕਿ ਜੱਦੀ ਪਿੰਡ ਸਨਾਮ ਵਿੱਚ ਹੀ ਹੈ। ਤਾਂ ਉੱਥੇ ਤੁਸੀਂ ਦੇਖ ਵੀ ਸਕਦੇ ਹੋ, ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਸਨਾਮ ਦੇ ਵਿੱਚ। ਜੇ ਗੱਲ ਕਰਾਂਗੇ ਉਦਮ ਸਿੰਘ ਲੰਡਨ ਜਾ ਕੇ ਜਨਰਲ ਡਾਇਰ ਨੂੰ ਨਹੀਂ ਮਾਰਨਗੇ, ਮਾਈਕਲ ਓਡਵਾਇਰ ਨੂੰ ਮਾਰਨਗੇ। ਮਾਈਕਲ ਓਡਵਾਇਰ ਕੌਣ ਸੀ? ਮਾਈਕਲ ਓਡਵਾਇਰ ਪੰਜਾਬ ਦੇ ਉਸ ਟਾਈਮ ਦੇ ਗਵਰਨਰ ਸੀਗੇ। ਠੀਕ ਹੈ ਜੀ, ਜਨਰਲ ਡਾਇਰ ਦੀ ਜਿਹੜੀ ਡੈਥ ਸੀਗੀ ਉਹ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕੀ ਸੀ, ਨੈਚੁਰਲ ਹੀ ਹੋਈ ਸੀ। ਉਹਨਾਂ ਦੇ ਜਾਣ ਤੋਂ ਪਹਿਲਾਂ ਜਨਰਲ ਡਾਇਰ ਦੀ ਡੈਥ ਹੋ ਚੁੱਕੀ ਸੀ। ਹੁਣ ਜਨਰਲ ਡਾਇਰ ਦੀ ਤਾਂ ਡੈਥ ਹੋ ਗਈ, ਉਦਮ ਸਿੰਘ ਮਾਰਨਗੇ ਉਹਨਾਂ ਨੂੰ, ਮਾਈਕਲ ਓਡਵਾਇਰ ਨੂੰ ਸੌਰੀ ਮਾਰਨਗੇ ਉਦਮ ਸਿੰਘ। ਤੇ ਜਲਿਆਂਵਾਲਾ ਬਾਗ ਦੇ ਵਿੱਚ ਜਿਹੜੇ ਨਿਹੱਥੇ ਲੋਕਾਂ ਦੇ ਉੱਪਰ ਗੋਲੀ ਚਲਾਈ ਗਈ, ਇਸ ਦੀ ਆਪਾਂ ਕਹਾਂਗੇ ਕਿ ਸਾਰੇ ਪਾਸਿਓਂ ਹੀ ਜਿੰਨੇ ਵੀ ਲੀਡਰਸ ਹੋਣਗੇ ਕਾਂਗਰਸ ਦੇ, ਉਹ ਕੀ ਕਰਨਗੇ, ਇਹਦੀ ਨਿੰਦਾ ਕਰਨਗੇ। ਕਾਫੀ ਜ਼ਿਆਦਾ ਪ੍ਰੈਸ਼ਰ ਹੋਏਗਾ ਅੰਗਰੇਜ਼ਾਂ ਦੇ ਉੱਪਰ ਕਿ ਇਹ ਤੁਸੀਂ ਜਲਿਆਂਵਾਲਾ ਬਾਗ ਦੇ ਵਿੱਚ ਕੀਤਾ ਕੀ ਹੈ। ਤਾਂ ਅੰਗਰੇਜ਼ ਜਿਹੜੇ ਨੇ ਇੱਥੇ ਕੀ ਕਰਨਗੇ, ਇੱਕ ਕਮਿਸ਼ਨ ਬਿਠਾਣਗੇ ਕਿ ਜਲਿਆਂਵਾਲਾ ਬਾਗ ਦੀ ਇਨਕੁਆਇਰੀ ਕੀਤੀ ਜਾਵੇ ਕਿ ਇਹ ਹੋਇਆ ਕੀ। ਤਾਂ ਨਾਮ ਯਾਦ ਰੱਖਿਓ, ਹੰਟਰ ਕਮਿਸ਼ਨ। ਹੰਟਰ ਕਮਿਸ਼ਨ ਜਿਹੜਾ ਕਿਸ ਚੀਜ਼ ਨਾਲ ਰਿਲੇਟਡ ਹੈ? ਹੰਟਰ ਕਮਿਸ਼ਨ ਜਿਹੜਾ 1919 ਦੇ ਵਿੱਚ ਬਣਾਇਆ ਜਾਏਗਾ, ਇਹ ਜਲਿਆਂਵਾਲਾ ਬਾਗ ਦੀ ਇਨਕੁਆਇਰੀ ਲਈ ਬਿਠਾਇਆ ਜਾਏਗਾ। ਠੀਕ ਹੈ ਜੀ, ਚਲੋ ਨੈਕਸਟ ਗੱਲ ਕਰਦੇ ਹਾਂ ਹੰਟਰ ਕਮਿਸ਼ਨ। ਹੰਟਰ ਕਮਿਸ਼ਨ ਦੀ ਜੇ ਗੱਲ ਕਰਾਂਗੇ ਤਾਂ ਹਿਸਟਰੀ ਦੇ ਵਿੱਚ ਆਪਣੇ 2 ਵਾਰ ਆਉਂਦਾ ਹੰਟਰ ਕਮਿਸ਼ਨ।
एडिशनल इंफॉर्मेशन है, नाल ही लिख लियो अपनी कॉपी च। हंटर कमीशन 2 बार हिस्ट्री दे विच नाम आंदा है। एक बार आएगा जलियांवाला बाग दे विच जो अंग्रेज़ां ने गलत कीता सी ओहदी इंक्वायरी करन लई, एक बार आएगा अपना 1882 दे विच ये आएगा एजुकेशन दे नाल रिलेटेड। अपनी एजुकेशन वाला जिहड़ा सैक्टर है आपां सिर्फ 1857 तक दा पढ़िया, उस तो अगे वाला जे आपां नहीं पढ़िया, पर आपां याद रखेंगे हंटर कमीशन 1882 दे विच भी आंदा, वो एजुकेशन दे नाल रिलेटेड है। ठीक है जी, चलो नैक्सट अगे करते हैं जी। उधम सिंह अपना हो गया, रॉलेट सत्याग्रह आपां कर लिया। नैक्सट आपां देखते हैं हुण इत्थे फर्स्ट वर्ल्ड वार जिहड़ा हैगा, पहला वर्ल्ड वार जिहड़ा 1914 में शुरू होया सी, वो 1919 च आके खत्म हो गया। हुण इत्थे एक मूवमेंट शुरू होएगी वर्ल्ड वार खत्म होने तो बाद, जिन्हों आपां कहने खिलाफत मूवमेंट। हुण खिलाफत मूवमेंट होएगी कि इहनूं थोड़ा जिहा जानते हैं, तो इस दे नाल ही रिलेटेड आपां फिर अगे पढ़ांगे नॉन कोऑपरेशन मूवमेंट। गांधी जी जिहड़ा है पहली इंडिया की सब तो वड्डी मूवमेंट जिहड़ी है ऑल इंडिया लैवल ते शुरू करनगे, वो होएगी नॉन कोऑपरेशन मूवमेंट। ठीक है जी, चलो नैक्सट गल करते हैं। सब तो पहला वापस आने खिलाफत मूवमेंट ते। हुण खिलाफत मूवमेंट किहदे नाल रिलेटेड है? ये रिलेटेड है किते ना किते तुहाडे पहले वर्ल्ड वार नाल। पहला वर्ल्ड वार जिहड़ा सी तुहाडा शुरू होएगा 1914 दे विच ते खत्म होएगा कदों जाके 1919 दे विच। हुण पहले वर्ल्ड वार दे विच अंग्रेज जिहड़े ने, ब्रिटिशर्स जिहड़े ने, वो जित जाणगे। हारनगे कौन? हारेगा ऑटोमन एम्पायर। हुण ऑटोमन एम्पायर जिहड़ा प्रेजेंट डे की है टर्की है, वो हार गया, कोई गल नहीं, पर उहदे हारन नाल होया की? टर्की दे विच आपां कहांगे कि मुस्लिम्स दे एक की ने हैड सीगे, जिन्होंने मुस्लिम्स अपना की मानते हैं, हैड मानते हैं, तो उन्होंने आप उन्होंने कहने खलीफा। ठीक है जी, खलीफ भी कह दें, खलीफा भी कह दें। हुण जिहड़े खलीफा सीगे ऑटोमन एम्पायर दे, जदों टर्की हार गया, आप कहते ऑटोमन एम्पायर हार गया, तो किते ना किते अंग्रेज़ां नूं आपां कह सकते हैं कि सारे दुनिया दे मुस्लिम्स दी एक प्रैशर सीगा कि तुसीं की करना है, इन्हां दे नाल चंगी तरह बिहेव करना है। तो अंग्रेज़ां दे उपर भी की सीगा, ये आपां कह सकते हैं कि प्रैशर सीगा कि तुसीं जिहड़ा खलीफा है इसका की करना, ध्यान रखना, इन्हां नाल तुसीं ज़्यादा आपां कह सकते हैं कि गलत व्यवहार नहीं करना। पर पहला वर्ल्ड वार जितन तो बाद 1920 दे विच जदों ऑटोमन एम्पायर हार जाएगा, तो इन्हां नाल ट्रीटी साइन होएगी, किहड़ी? ट्रीटी ऑफ सिवरस। ये ट्रीटी ऑफ सिवरस दे विच जे गल करांगे तो ऑटोमन एम्पायर के उपर बहुत ज़्यादा ही बंदिशां ला दित्तियां गईयां सी। तो किते ना किते ये भी गल चल रही सी कि जिहड़ा खलीफा है, जिहड़ा आपां कह सकते कि एक मुस्लिम्स दा रिलीजियस हैड है, इसनूं खत्म ही कर दिता जाए। तो जदों आपां गल करांगे कि एक पूरे वर्ग दी, पूरे दुनिया के मुस्लिम्स दा इत्थे की जुड़िया होया, आपां कह सकते कि रिलीजियस कंडैक्ट है इत्थे। तो जे अंग्रेज उत्थे कुछ चीज़ करनगे, तो जिथे भी आपां कह सकते कि ब्रिटिशर्स ने अपना राज बनाया होया, उत्थों के मुस्लिम्स दे विच की होएगा? गुस्सा होएगा। यही चीज़ जिहड़ा है, गुस्सा जिहड़ा है, सारे जिथे भी इंडिया है ਉਹਦੇ ਦੇ ਵਿੱਚ जिन्ने भी मुस्लिम्स होणगे ਉਹ इकट्ठे होकर की करनगे, एक मूवमेंट शुरू करनगे जिन्हों कहांगे आपां खिलाफत मूवमेंट। खिलाफत मूवमेंट दे विच अंग्रेज़ां दे खिलाफ जिहड़े ने मुस्लिम्स ने वो की करनगे? इकट्ठे होणगे। इकट्ठे होणगे ते अंग्रेज़ां ते प्रैशर पाणगे कि तुसीं खलीफा दे नाल कुछ नहीं करना। क्लीयर? हुण देखो जी, जे गल करिए गांधी जी दी, तो गांधी जी नूं ये जिहड़ी एक पॉइंट है, वो कहणगे गांधी जी नूं कि तुसीं आके साडी हैल्प करो। तो गांधी जी नूं किते ना किते चीज़ की लग रही होगी, गांधी जी नूं एक पॉइंट लग रहा होगा कि आपां की करदे हैं, जिहड़ा कम्यूनल सैपरेट इलैक्टोरेट दे के ब्रिटिशर्स ने डिवाइड एंड रूल की पॉलिसी लाई हुई है, क्यों ना आपां मुस्लिम्स दा अपने भरावां दा साथ देने, तो ये एक की मिल जाएगी, आपां नूं अपॉर्चुनिटी मिल जाएगी कि आपां जिहड़ा हिंदू मुस्लिम एकता वापस तो ले आवांगे। तो जिहड़ी खिलाफत कमेटी है, कुछ नाम इन्हें नाम याद रखेंगे आपां। खिलाफत कमेटी 2 नाम पहले तो याद रखने जी तुसीं, अली ब्रदर्स। अली ब्रदर्स किहड़े ने? शौकत अली, मुहम्मद अली। ठीक है जी, उस तो अलावा मुहम्मद मौलाना आज़ाद। नैक्सट आप नाम याद रखना जी अजमल खान, तो उस तो बाद हसरत मुहानी। ठीक है जी, ये कुछ नाम ने जिहड़े किहदे नाल रिलेटेड ने? खिलाफत मूवमेंट दे नाल रिलेटेड ने। हुण ये की कह रहे हैं? ये कह रहे हैं असीं खिलाफत कमेटी बना ली, गांधी जी नूं कहणगे कि तुसीं इहनूं की करो, अगे लैके चलो। तो गांधी जी नूं की दिख रहा है भी ये हिंदू मुस्लिम एकता नूं वधाउण वास्ते भी असीं अपने मुस्लिम भरावां दी की कर रहे हैं, अंग्रेज़ां दे अगेंस्ट हैल्प कर रहे हैं। चलो जी, नैक्सट देखते हैं आपां इत्थे ही कि आपां देखिए कि बैकग्राउंड दे विच जलियांवाला बाग भी हो चुका है। तो गांधी जी ने की करना? गांधी जी ने एक मूवमेंट शुरू कर देनी है इत्थे। गांधी जी ने एक मूवमेंट शुरू कर देनी है। गांधी जी की पहली ऑल इंडिया मूवमेंट है नॉन कोऑपरेशन मूवमेंट। हुण नॉन कोऑपरेशन मूवमेंट है कि, तो गांधी जी कहेंगे कि देखो जी मेरियां तां ने 2 मंगां, मेरियां 2 मंगां ने, इन्हां नूं पूरा किया जाए। पहली मंग है कि खिलाफत वाला जिहड़ा इशू है, ब्रिटिशर्स जिहड़े ने इहनूं क्लीयर करन। दूजी वो कहेंगे कि जो पंजाब दे विच तुसीं गलत कीता है, तुसीं हंटर कमीशन तां बिठाता सीगा, पर हंटर कमीशन की रिपोर्ट दे विच ही तुसीं कुछ कह ही नहीं रहे अंग्रेज़ां नूं कि किसी की तो जवाबदेही बननी चाहिए है कि जलियांवाला बाग दे विच होया कि इन्ने लोग निर्दोष जिहड़े ने मरे, क्यों मरे। तो ये 2-3 मुद्दों को गांधी जी की करेंगे इकट्ठा करके एक मूवमेंट शुरू करेंगे, जिन्होंने आप कहने 1920 के गांधी जी शुरू करेंगे नॉन कोऑपरेशन मूवमेंट। ठीक है जी, चलो हुण आप अगे याद करना है कि नॉन कोऑपरेशन मूवमेंट।
ਹੁਣ ਆਪਾਂ ਨੂੰ ਇੱਕ ਚੀਜ਼ ਤਾਂ ਪਤਾ ਹੈ ਕਿ ਆਪਾਂ ਸਟਾਰਟਿੰਗ 'ਚ ਪੜ੍ਹੀ ਸੀ ਕਿ ਕਾਂਗਰਸ ਦਾ ਕੋਈ ਵੀ ਕੰਮ ਹੋਣਾ ਤਾਂ ਉਹ ਸੈਸ਼ਨ ਤੇ ਹੋਣਾ ਹੈ, ਤੇ ਕਾਂਗਰਸ ਦਾ ਸੈਸ਼ਨ ਕਦੋਂ ਹੁੰਦਾ ਸੀ? ਜਾ ਕੇ ਦਸੰਬਰ ਦੇ ਵਿੱਚ। ਹੁਣ ਗਾਂਧੀ ਜੀ ਨੇ ਕਹਤਾ ਕਿ ਨॉन ਕੋਆਪਰੇਸ਼ਨ ਮੂਵਮੈਂਟ ਸ਼ੁਰੂ ਕਰਨੀ ਹੈ, ਤਾਂ ਕੀ ਕਰੀਏ? ਦਸੰਬਰ ਦਾ ਹੁਣ ਉਡੀਕ ਕਰੀ ਜਾਈਏ ਕਿ ਕਦੋਂ ਦਸੰਬਰ ਆਏਗੀ, ਕਦੋਂ ਕਾਂਗਰਸ ਦਾ ਸੈਸ਼ਨ ਬੈਠੇਗਾ, ਉਹਦੇ ਵਿੱਚ ਜਾ ਕੇ ਮਤਾ ਪਾਸ ਕਰਾਂਗੇ ਤਾਂ ਜਾ ਕੇ ਮੂਵਮੈਂਟ ਸ਼ੁਰੂ ਹੋਏਗੀ। ਇੱਥੇ ਆਪਾਂ ਦੇਖਾਂਗੇ ਕਿ ਕਾਂਗਰਸ ਜਿਹੜੀ ਹੈ ਇੱਕ ਸਪੈਸ਼ਲ ਸੈਸ਼ਨ ਬੁਲਾਏਗੀ, ਤਾਂ ਕਾਂਗਰਸ ਦਾ ਸਪੈਸ਼ਲ ਸੈਸ਼ਨ ਹੋਏਗਾ 1920 ਦੇ ਵਿੱਚ। ਕਿੱਥੇ ਹੋਏਗਾ? ਯਾਦ ਰੱਖਿਓ, ਕਲਕੱਤਾ ਦੇ ਵਿੱਚ ਹੋਏਗਾ ਸਪੈਸ਼ਲ ਸੈਸ਼ਨ, ਤੇ ਉਹਦੇ ਪ੍ਰੈਜ਼ੀਡੈਂਟ ਵੀ ਯਾਦ ਰੱਖਣੇ ਨੇ, ਲਾਲਾ ਲਾਜਪਤ ਰਾਏ। ਬਹੁਤ ਇੰਪੋਰਟੈਂਟ ਹੈ ਜੀ ਪੰਜਾਬ ਦੇ ਪੇਪਰਾਂ ਲਈ। 1920 ਦਾ ਸਪੈਸ਼ਲ ਸੈਸ਼ਨ ਐਜ਼ ਇਟ ਇਜ਼ ਹੀ ਪੁੱਛ ਲੈਂਦੇ ਨੇ, ਕਿਹੜੀ ਜਗ੍ਹਾ ਹੋਇਆ ਸੀ ਤੇ ਉਹਦੇ ਪ੍ਰੈਜ਼ੀਡੈਂਟ ਕੌਣ ਸੀ। ਤਾਂ ਯਾਦ ਰੱਖਿਓ 1920 ਦਾ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਦੀ ਗੱਲ ਕਰਦੇ ਹਾਂ, ਇਹ ਕਲਕੱਤਾ 'ਚ ਹੋਏਗਾ ਤੇ ਇਸ ਦੇ ਪ੍ਰੈਜ਼ੀਡੈਂਟ ਸੀਗੇ ਲਾਲਾ ਲਾਜਪਤ ਰਾਏ। ਇਸ ਸੈਸ਼ਨ ਦੇ ਵਿੱਚ ਹੋਏਗਾ ਕਿ ਨॉन ਕੋਆਪਰੇਸ਼ਨ ਮੂਵਮੈਂਟ ਦਾ ਜਿਹੜਾ ਮਤਾ ਸੀਗਾ ਉਹਨੂੰ ਪਾਸ ਕੀਤਾ ਜਾਏਗਾ, ਤੇ ਉਹਦੇ ਨਾਲ ਹੀ ਕਿਹਾ ਜਾਏਗਾ ਕਿ ਇਹ ਖਿਲਾਫਤ ਵਾਲੇ ਇਸ਼ੂ ਨੂੰ ਵੀ ਨਾਲ ਜੋੜੋ। ਇਹ ਗਾਂਧੀ ਜੀ ਦਾ ਕੀ ਹੈ, ਹੁਣ ਇੱਕ ਮੂਵਮੈਂਟ ਸ਼ੁਰੂ ਕਰਨ ਲੱਗੇ ਨੇ। ਤਾਂ ਇੱਥੇ ਪਹਿਲੀ ਮੂਵਮੈਂਟ ਆਪਣੀ ਗਾਂਧੀ ਜੀ ਜਿਹੜੇ ਆਲ ਇੰਡੀਆ ਲੈਵਲ ਤੇ ਸ਼ੁਰੂ ਕਰਨਗੇ, ਉਹ ਹੋਏਗੀ ਨॉन ਕੋਆਪਰੇਸ਼ਨ ਮੂਵਮੈਂਟ। ਹੁਣ ਜੇ ਗੱਲ ਕਰੀਏ ਗਾਂਧੀ ਜੀ ਦੀਆਂ ਮੰਗਾਂ ਕੀ ਹੋਣਗੀਆਂ ਇੱਥੇ, ਤਾਂ ਮੰਗਾਂ ਦੀ ਗੱਲ ਕਰਾਂਗੇ। ਗਾਂਧੀ ਜੀ ਸਭ ਤੋਂ ਪਹਿਲਾਂ ਕਹਿਣਗੇ ਕਿ ਜੋ ਵੀ ਅੰਗਰੇਜ਼ਾਂ ਨੇ ਜਲਿਆਂਵਾਲਾ ਬਾਗ 'ਚ ਕੀਤਾ ਹੈ, ਜੋ ਵੀ ਪੰਜਾਬ ਦੇ ਵਿੱਚ ਗਲਤ ਕੀਤਾ ਹੈ, ਉਹਦਾ ਕੀ ਕਰੋ? ਇੱਕ ਜਵਾਬਦੇਹੀ ਕਰੋ। ਉਸ ਤੋਂ ਬਾਅਦ ਇਹ ਕਹਿਣਗੇ ਕਿ ਮੁਸਲਿਮਸ ਦਾ ਜੋ ਵੀ ਡਿਮਾਂਡਸ ਨੇ ਖਿਲਾਫਤ ਨੂੰ ਲੈ ਕੇ, ਖਲੀਫਾ ਨੂੰ ਲੈ ਕੇ, ਉਹਨੂੰ ਕੀ ਕੀਤਾ ਜਾਏ? ਪੂਰਾ ਕੀਤਾ ਜਾਏ। ਤੇ ਸਭ ਤੋਂ ਵੱਡੀ ਡਿਮਾਂਡ ਜਿਹੜੀ ਹੋਏਗੀ ਉਹ ਹੋਏਗੀ ਕਿ ਸਾਨੂੰ ਸਵਰਾਜ ਦਿਓ ਜੀ। ਕਦੋਂ ਦੀ ਡਿਮਾਂਡ ਹੈ ਕਾਂਗਰਸ ਦੀ ਸਵਰਾਜ ਦੀ? ਤਾਂ ਆਪਾਂ ਨੂੰ ਯਾਦ ਹੈ ਕਿ 1906 ਦੇ ਵਿੱਚ ਕਾਂਗਰਸ ਨੇ ਆਪਣਾ ਗੋਲ ਰੱਖ ਲਿਆ ਸੀ ਕਿ ਅਸੀਂ ਸਵਰਾਜ ਲਵਾਂਗੇ। ਤਾਂ ਗਾਂਧੀ ਜੀ ਨੇ ਕਿਹਾ ਕਿ ਸਵਰਾਜ ਦੀ ਡਿਮਾਂਡ ਸਾਡੀ ਗਵਰਨਮੈਂਟ ਹੋਵੇ। ਇਹ ਵੀ ਸਾਡੀ ਡਿਮਾਂਡ ਹੈ। ਕਿਹਦੇ ਵਿੱਚ? ਨॉन ਕੋਆਪਰੇਸ਼ਨ ਮੂਵਮੈਂਟ ਦੇ ਵਿੱਚ। 3 ਡਿਮਾਂਡਾਂ ਨੇ, 3 ਦੀਆਂ 3 ਆਪਾਂ ਯਾਦ ਕਰਨੀਆਂ ਨੇ। ਨੈਕਸਟ ਦੇਖਦੇ ਹਾਂ ਜੀ, ਹੁਣ ਮੂਵਮੈਂਟ ਗਾਂਧੀ ਜੀ ਨੇ ਸ਼ੁਰੂ ਕਰਤੀ। ਹੁਣ ਮੂਵਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਹੋਏਗਾ ਕੀ? ਗਾਂਧੀ ਜੀ ਕਹਿਣਗੇ ਕਿ ਮੂਵਮੈਂਟ ਆਪਾਂ ਸ਼ੁਰੂ ਕਰਦੇ ਹਾਂ ਜੀ ਅਗਸਤ ਦੇ ਵਿੱਚ, 1920 ਦੇ ਵਿੱਚ ਸ਼ੁਰੂ ਕਰਾਂਗੇ। ਪਰ ਅਗਸਤ ਮੂਵਮੈਂਟ ਦੇ ਵਿੱਚ ਜਿਹੜੀ ਹੈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵੱਡੇ ਲੀਡਰ ਦੀ ਕੀ ਹੋ ਜਾਏਗੀ? ਆਪਾਂ ਦੇਖਾਂਗੇ ਕਾਂਗਰਸ ਦੇ ਵਿੱਚ ਡੈਥ ਹੋ ਜਾਏਗੀ। ਕਿਹਨਾਂ ਦੀ ਡੈਥ ਹੋਏਗੀ? ਤਾਂ ਨਾਮ ਯਾਦ ਰੱਖਿਓ ਜੀ, ਬੀਜੀ ਤਿਲਕ। ਨਾਮ ਆਪਾਂ ਕੀ ਯਾਦ ਰੱਖਣਾ ਹੈ? ਬੀਜੀ ਤਿਲਕ ਨਾਮ ਯਾਦ ਰੱਖਣਾ ਹੈ। ਇਹ ਉਹੀ ਬੀਜੀ ਤਿਲਕ ਸੀਗੇ ਜਿਹੜੇ ਸਵਦੇਸ਼ੀ ਮੂਵਮੈਂਟ 'ਚ ਆਪਾਂ ਪਹਿਲੀ ਵਾਰ ਦੇਖੇ ਸੀ, ਜਿਹੜੇ ਹੋਮ ਰੂਲ ਮੂਵਮੈਂਟ 'ਚ ਜਾਣਗੇ। ਹੋਮ ਰੂਲ ਮੂਵਮੈਂਟ ਖਤਮ ਹੋਏਗੀ, ਕਿਉਂ ਹੋਏਗੀ? ਕਿਉਂਕਿ ਇਹਨਾਂ ਨੂੰ ਵੈਲੈਂਟਾਈਨ ਕੈਰੋਲ ਦੇ ਉੱਪਰ ਕੇਸ ਕਰਨ ਲਈ ਕਿੱਥੇ ਜਾਣਾ ਪੈਣਾ? ਲੰਡਨ ਜਾਣਾ ਪੈਂਦਾ ਹੈ। ਸਵਦੇਸ਼ੀ ਮੂਵਮੈਂਟ ਜਦੋਂ ਖਤਮ ਹੋ ਰਹੀ ਹੁੰਦੀ ਹੈ ਤਾਂ ਇਹਨਾਂ ਦੇ ਉੱਪਰ ਕੇਸ ਹੋ ਜਾਂਦਾ ਹੈ। 1914 ਤੱਕ ਜੇਲ੍ਹ 'ਚ ਹੀ ਰਹਿੰਦੇ ਨੇ। ਬੀਜੀ ਤਿਲਕ ਕਿੱਥੋਂ ਦੀ ਨੇ? ਮਹਾਰਾਸ਼ਟਰ ਤੋਂ ਨੇ। ਠੀਕ ਹੈ ਜੀ। ਜੇ ਗੱਲ ਕਰਾਂਗੇ ਆਪਾਂ ਬੀਜੀ ਤਿਲਕ ਦੀ, ਇੱਥੇ ਕੀ ਹੋ ਜਾਏਗੀ? ਜਦੋਂ ਮੂਵਮੈਂਟ ਸ਼ੁਰੂ ਹੋਣੀ ਹੈ ਨॉन ਕੋਆਪਰੇਸ਼ਨ, ਤਾਂ ਉਹਨਾਂ ਦੀ ਕੀ ਹੋ ਜਾਏਗੀ? ਡੈਥ ਹੋ ਜਾਏਗੀ। ਜਦੋਂ ਉਹਨਾਂ ਦੀ ਡੈਥ ਹੋ ਜਾਏਗੀ ਤਾਂ ਉਹਨਾਂ ਦੇ ਨਾਮ ਨਾਲ ਹੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਸ਼ਰਧਾਂਜਲੀ ਦੇਣ ਵਜੋਂ ਹੀ ਇੱਕ ਕੀ ਬਣਾਇਆ ਜਾਏਗਾ? ਫੰਡ ਬਣਾਇਆ ਜਾਏਗਾ। ਤਾਂ ਨਾਮ ਯਾਦ ਰੱਖਿਓ ਕਿ ਬੀਜੀ ਤਿਲਕ ਦੇ ਨਾਮ ਦੇ ਉੱਪਰ ਫੰਡ ਬਣਾਇਆ ਜਾਏਗਾ, ਜਿਹਨੂੰ ਕਿਹਾ ਜਾਏਗਾ ਤਿਲਕ ਸਵਰਾਜ ਫੰਡ। ਤਿਲਕ ਸਵਰਾਜ ਫੰਡ। ਜੇ ਕੁਐਸਚਨ ਆ ਜਾਂਦਾ ਹੁੰਦਾ ਕਿ ਤਿਲਕ ਸਵਰਾਜ ਫੰਡ ਕਿਹੜੀ ਮੂਵਮੈਂਟ 'ਚ ਬਣਾਇਆ ਜਾਏਗਾ, ਤਾਂ ਹੋਮ ਰੂਲ 'ਚ ਨਹੀਂ ਬਣਾਉਣਾ, ਸਵਦੇਸ਼ੀ 'ਚ ਨਹੀਂ ਬਣਾਉਣਾ, ਨॉन ਕੋਆਪਰੇਸ਼ਨ ਮੂਵਮੈਂਟ ਦੇ ਵਿੱਚ ਬਣੇਗਾ ਤਿਲਕ ਸਵਰਾਜ ਫੰਡ। ਠੀਕ ਹੈ ਜੀ। 1920 ਦੇ ਵਿੱਚ ਬਣੇਗਾ ਕਿਉਂਕਿ ਬੀਜੀ ਤਿਲਕ ਦੀ ਕੀ ਹੋ ਚੁੱਕੀ ਹੈ? ਡੈਥ ਹੋ ਚੁੱਕੀ ਹੈ। ਹੁਣ ਜੀ ਨਾਮ ਤੋਂ ਹੀ ਕਲੀਅਰ ਹੋਣਾ ਚਾਹੀਦਾ ਤੁਹਾਨੂੰ, ਨॉन ਕੋਆਪਰੇਸ਼ਨ ਕਿ ਅਸੀਂ ਅੰਗਰੇਜ਼ਾਂ ਨਾਲ ਕੀ ਨਹੀਂ ਕਰਨਾ? ਕੋਆਪਰੇਟ ਹੀ ਨਹੀਂ ਕਰਨਾ। ਅਸੀਂ ਅੰਗਰੇਜ਼ਾਂ ਨਾਲ ਕੀ ਨਹੀਂ ਕਰਨਾ? ਕੋਆਪਰੇਟ ਹੀ ਨਹੀਂ ਕਰਨਾ। ਤਾਂ ਸਭ ਤੋਂ ਪਹਿਲਾਂ ਗਾਂਧੀ ਜੀ ਕੀ ਕਰਨਗੇ? ਗਾਂਧੀ ਜੀ ਆਪਣਾ ਟਾਈਟਲ ਦੇ ਦੇਣਗੇ ਵਾਪਿਸ। ਗਾਂਧੀ ਜੀ ਕੋਲ ਟਾਈਟਲ ਹੋਏਗਾ ਕਿਸ ਚੀਜ਼ ਦਾ? ਕੇਸਰ ਹਿੰਦ ਦਾ। ਹੁਣ ਗੱਲ ਕਰੀਏ ਗਾਂਧੀ ਜੀ ਕੋਲ ਕੇਸਰ ਹਿੰਦ ਦਾ ਟਾਈਟਲ ਕਦੋਂ ਮਿਲਿਆ? ਤਾਂ ਗਾਂਧੀ ਜੀ ਜਦੋਂ ਅਫਰੀਕਾ ਦੇ ਵਿੱਚ ਸੀ, ਜਦੋਂ ਗਾਂਧੀ ਜੀ ਅਫਰੀਕਾ ਦੇ ਵਿੱਚ ਸੀ, 1915 ਦੀ ਪਹਿਲਾਂ ਦੀ ਗੱਲ ਕਰਦੇ ਆਪਾਂ। ਤਾਂ ਗਾਂਧੀ ਜੀ ਜਦੋਂ ਅਫਰੀਕਾ ਦੇ ਵਿੱਚ ਸੀ, ਉੱਥੇ ਉਹਨਾਂ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਸੀ। ਜਦੋਂ ਉੱਥੇ ਗਾਂਧੀ ਜੀ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਤਾਂ ਅੰਗਰੇਜ਼ਾਂ ਨੇ ਖੁਸ਼ ਹੋ ਕੇ ਗਾਂਧੀ ਜੀ ਨੂੰ ਟਾਈਟਲ ਦਿੱਤਾ ਸੀਗਾ ਕੇਸਰ ਹਿੰਦ। ਠੀਕ ਹੈ ਜੀ। ਤਾਂ ਯਾਦ ਰੱਖਿਓ ਕੇਸਰ ਹਿੰਦ ਦਾ ਟਾਈਟਲ ਜਿਹੜਾ ਹੈ ਗਾਂਧੀ ਜੀ ਕਦੋਂ ਵਾਪਿਸ ਕਰ ਰਹੇ ਨੇ? ਨॉन ਕੋਆਪਰੇਸ਼ਨ ਮੂਵਮੈਂਟ 'ਚ ਗੱਲ ਕਰ ਰਹੇ ਨੇ ਵਾਪਿਸ। ਨੈਕਸਟ ਆਪਾਂ ਦੇਖਾਂਗੇ ਕਿ ਵੱਡੇ ਵੱਡੇ ਜਿੰਨੇ ਵੀ ਵਕੀਲ ਹੋਣਗੇ ਜਿਹੜੇ ਕਾਂਗਰਸ ਦੇ ਹੀ ਮੈਂਬਰ ਨੇ, ਜਿਵੇਂ CR ਦਾਸ, ਮੋਤੀਲਾਲ ਨਹਿਰੂ, ਵੱਲਭ ਭਾਈ ਪਟੇਲ, ਰਜਿੰਦਰ ਪ੍ਰਸਾਦ, ਇਹ ਸਾਰੇ ਜਿਹੜੇ ਨੇ ਕੋਰਟ ਜਾਣਾ ਹੀ ਛੱਡ ਕਰਦੇ। ਕੋਰਟ ਜਾਣਾ ਕਿਉਂ ਛੱਡ ਰਹੇ ਨੇ? ਕਿਉਂਕਿ ਗਾਂਧੀ ਜੀ ਨੇ ਕਿਹਾ ਕਿ ਅੰਗਰੇਜ਼ਾਂ ਦਾ ਖਹਿੜਾ ਹੀ ਛੱਡ ਦਿਓ, ਇਹਨਾਂ ਨਾਲ ਨॉन ਕੋਆਪਰੇਸ਼ਨ ਕਰ ਲਓ, ਇਹਨਾਂ ਨੂੰ ਅਸੀਂ ਬੁਲਾਣਾ ਹੀ ਨਹੀਂ, ਇਹਨਾਂ ਦਾ ਬਾਇਕਾਟ ਕਰ ਦਿਓ ਟੋਟਲ। ਕਲੀਅਰ? ਚਲੋ ਜੀ ਅੱਗੇ ਗੱਲ ਕਰਦੇ ਹਾਂ ਜੀ। ਆਪਾਂ ਦੇਖਾਂਗੇ ਇੱਥੇ ਇਹ ਆਪਾਂ ਪਹਿਲਾਂ ਵੀ ਪੜ੍ਹਿਆ ਸਵਦੇਸ਼ੀ ਮੂਵਮੈਂਟ ਦੇ ਵਿੱਚ, ਥਾਊਜ਼ੈਂਡਸ ਆਫ ਸਟੂਡੈਂਟਸ ਬॉयकॉटेड ਗਵਰਨਮੈਂਟ ਸਕੂਲ, ਕਾਲਜਿਸ ਐਂਡ ਯੂਨੀਵਰਸਿਟੀਜ਼। ਕੋਈ ਮੂਵਮੈਂਟ ਸ਼ੁਰੂ ਬਾਅਦ ਚੋਂ ਹੁੰਦੀ ਹੈ, ਸਕੂਲ ਤੋਂ, ਕਾਲਜਿਸ ਤੋਂ, ਯੂਨੀਵਰਸਿਟੀਜ਼ ਤੋਂ ਬੱਚੇ ਜਿਹੜੇ ਨੇ ਆਪਣੇ ਪੜ੍ਹਾਈ ਛੱਡ ਕੇ ਪਹਿਲਾਂ ਆ ਜਾਂਦੇ ਨੇ। ਹੁਣ ਪਿਛਲੀ ਮੂਵਮੈਂਟ 'ਚ ਕਦੋਂ ਹੋਇਆ ਸੀ ਇਹ? ਤਾਂ ਆਪਾਂ ਨੂੰ ਯਾਦ ਹੈ ਕਿ ਇਹ ਹੋਇਆ ਸੀ ਸਵਦੇਸ਼ੀ ਮੂਵਮੈਂਟ 'ਚ, ਜਦੋਂ ਪਾਰਟੀਸ਼ਨ ਆਫ ਬੰਗਾਲ ਹੋ ਰਹੀ ਸੀ। ਜਦੋਂ ਸਵਦੇਸ਼ੀ ਮੂਵਮੈਂਟ ਦੇ ਵਿੱਚ ਬੱਚਿਆਂ ਨੇ ਸਕੂਲ ਛੱਡੇ ਸੀ, ਕਾਲਜ ਛੱਡੇ ਸੀ, ਯੂਨੀਵਰਸਿਟੀ ਛੱਡੇ ਸੀ, ਫਿਰ ਉਹ ਵਾਪਿਸ ਕਿਉਂ ਚਲੇ ਗਏ ਸੀ? ਬੱਚੇ ਜਿਹੜੇ ਸੀ ਉਹ ਵਾਪਿਸ ਸਕੂਲਾਂ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਜ਼ ਕਿਉਂ ਜਾਣ ਲੱਗੇ ਸੀ? ਕਿਉਂਕਿ ਉਹਨਾਂ ਦੇ ਕੋਲ ਕੀ ਨਹੀਂ ਸੀਗਾ? ਕੋਈ ਅਲਟਰਨੇਟਿਵ ਨਹੀਂ ਸੀ, ਉਹਨਾਂ ਕੋਲ ਕੋਈ ਹੋਰ ਜਗ੍ਹਾ ਨਹੀਂ ਸੀ ਜਾਣ ਲਈ। ਉਹ ਕਿੰਨੀ ਦੇਰ ਸਕੂਲ ਨਹੀਂ ਜਾਂਦੇ? 6 ਮਹੀਨੇ ਨਹੀਂ ਸੀ ਜਾਂਦੇ, ਸਾਲ ਨਹੀਂ ਸੀ ਜਾਂਦੇ।
ਉਹਨਾਂ ਨੂੰ ਇਹ ਤਾਂ ਨਹੀਂ ਸੀ ਦਿਖ ਰਿਹਾ ਕਿ ਅੱਗੇ ਸਾਨੂੰ ਹੋਰ ਕੀ ਕਰਨਗੇ, ਤਾਂ ਮਤਲਬ ਕਿ ਉਹਨਾਂ ਕੋਲ ਆਲਟਰਨੇਟਿਵ ਨਹੀਂ ਸੀਗਾ। ਜਦੋਂ ਗੱਲ ਕਰਾਂਗੇ ਗਾਂਧੀ ਜੀ ਦੇ ਟਾਈਮ ਤੇ ਨੌਨ ਕੋਆਪਰੇਸ਼ਨ ਮੂਵਮੈਂਟ ਹੈ, ਤਾਂ ਗਾਂਧੀ ਜੀ ਨੇ, ਹੁਣ ਆਪਾਂ ਇੱਥੇ ਦੇਖਾਂਗੇ ਕਿ ਜੇ ਬੱਚੇ ਸਕੂਲ ਛੱਡ ਰਹੇ ਨੇ, ਕਾਲਜਿਸ ਛੱਡ ਰਹੇ ਨੇ, ਯੂਨੀਵਰਸਿਟੀ ਛੱਡ ਰਹੇ ਨੇ, ਉਹਨਾਂ ਨੂੰ ਆਲਟਰਨੇਟਿਵ ਮਿਲ ਰਿਹਾ ਕਿ ਅੰਗਰੇਜ਼ਾਂ ਦੇ ਸਕੂਲ ਛੱਡੋਗੇ, ਆਹ ਦੇਖੋ ਜੀ ਆਪਣੇ ਸਕੂਲ ਵੀ ਹੈਗੇ ਨੇ, ਇਹਨਾਂ ਦੇ ਵਿੱਚ ਆ ਕੇ ਪੜ੍ਹੋ। ਤਾਂ ਉਹੀ ਆਪਾਂ ਦੇਖਾਂਗੇ ਕਿ ਇਸ ਟਾਈਮ ਦੇ ਵਿੱਚ ਆਪਾਂ ਦੇਖਾਂਗੇ ਕਾਸ਼ੀ ਵਿਦਿਆਪੀਠ, ਗੁਜਰਾਤ ਵਿਦਿਆਪੀਠ, ਬਿਹਾਰ ਵਿਦਿਆਪੀਠ, ਨੈਸ਼ਨਲ ਕਾਲਜ ਲਾਹੌਰ, ਜਾਮੀਆ ਮਿਲੀਆ ਇਸਲਾਮਿਕ ਦਿੱਲੀ ਦੇ ਵਿੱਚ ਬਣੇਗਾ। ਠੀਕ ਹੈ ਜੀ, ਇਹ ਸਾਰੇ ਜਿਹੜੇ ਨੇ ਇਸੇ ਟਾਈਮ ਤੇ ਤਾਂ ਹੀ ਫਾਊਂਡ ਹੋ ਰਹੇ ਨੇ ਤਾਂ ਕਿ ਬੱਚੇ ਜਿਹੜੇ ਨੇ ਅੰਗਰੇਜ਼ਾਂ ਦੇ ਸਕੂਲ 'ਚ ਵਾਪਿਸ ਨਾ ਜਾਣ। ਜੇ ਉਹਨਾਂ ਨੇ ਬॉयकॉट ਕਰਤਾ ਤਾਂ ਬॉयकॉट ਹੀ ਰਹੇ। ਇਸ ਤੋਂ ਇਲਾਵਾ ਜੇ ਗੱਲ ਕਰਾਂ ਗਾਂਧੀ ਜੀ ਨੇ ਅਲੱਗ ਕੀ ਕੀਤਾ, ਮੂਵਮੈਂਟ ਤਾਂ ਸਵਦੇਸ਼ੀ ਵੀ ਚੱਲੀ ਸੀ। ਗਾਂਧੀ ਜੀ ਨੇ ਇਸ ਵਾਰ ਜਦੋਂ ਗਾਂਧੀ ਜੀ ਹੁਣ ਆਏ ਨਾ, ਤਾਂ ਗਾਂਧੀ ਜੀ ਨੇ 1915 ਤੋਂ ਬਾਅਦ ਲੋਕਾਂ 'ਚ ਇੱਕ ਚੇਂਜ ਲੈ ਕੇ ਆਏ। ਉਹ ਚੇਂਜ ਕੀ ਸੀ ਕਿ ਗਾਂਧੀ ਜੀ ਨੇ ਜੇਲ੍ਹ ਸੀ ਨਾ ਜਿਹੜੀ, ਉਹਦਾ ਡਰ ਕੱਢਤਾ ਸਾਰਿਆਂ ਦੇ ਮਨ 'ਚੋਂ। ਗਾਂਧੀ ਜੀ ਨੇ ਜੇਲ੍ਹ ਦਾ ਡਰ ਕੱਢਤਾ। ਸਵਦੇਸ਼ੀ ਮੂਵਮੈਂਟ ਦੇ ਵਿੱਚ ਵੀ ਆਪਾਂ ਦੇਖਾਂਗੇ ਕਿ ਲੋਕ ਪਹਿਲਾਂ ਡਰਦੇ ਕਿਉਂ ਸੀ ਵੀ ਅਸੀਂ ਜੇਲ੍ਹ ਚਲ ਜਾਵਾਂਗੇ। ਗਾਂਧੀ ਜੀ ਨੇ ਕਿਹਾ ਕਿ ਜੇਲ੍ਹ ਦੇਖੋ ਮੈਂ ਜਾਣਾ। ਗਾਂਧੀ ਜੀ ਕਦੀ ਨਹੀਂ ਇਹ ਕਹਿਣਗੇ ਕਿ ਮੈਂ ਜੇਲ੍ਹ ਨਹੀਂ ਜਾਣਾ, ਗਾਂਧੀ ਜੀ ਉਲਟਾ ਕਹਿਣਗੇ ਕਿ ਮੈਨੂੰ ਜੇਲ੍ਹ ਲੈ ਕੇ ਜਾਓ। ਗਾਂਧੀ ਜੀ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨਾਂ 'ਚੋਂ ਜੇਲ੍ਹ ਜਾਣ ਦਾ ਜਿਹੜਾ ਹੈਗਾ ਕੀ ਕਰਨਗੇ, ਡਰ ਕੱਢਣਗੇ। ਅੱਗੇ ਵੀ ਆਪਾਂ ਮੂਵਮੈਂਟਸ ਦੇਖਾਂਗੇ, ਗਾਂਧੀ ਜੀ ਕਹਿਣਗੇ ਜੇਲ੍ਹ ਭਰੋ ਅੰਦੋਲਨ, ਜੇਲ੍ਹਾਂ ਭਰ ਦਿਓ। ਕਿੰਨੀਆਂ ਜੇਲ੍ਹਾਂ ਨੇ ਅੰਗਰੇਜ਼ਾਂ ਕੋਲ, ਸਾਰੀਆਂ ਭਰ ਦਿਓ। ਇਹਨਾਂ ਨੂੰ ਹੋਰ ਜੇਲ੍ਹਾਂ ਬਣਾਉਣੀਆਂ ਪੈ ਜਾਣਗੀਆਂ, ਇੰਨੇ ਲੋਕੀ ਆ ਗਏ ਜੇਲ੍ਹ ਹੀ ਨਹੀਂ ਭਰੀਆਂ ਜਾ ਰਹੀਆਂ, ਨਵੀਆਂ ਜੇਲ੍ਹਾਂ ਬਣਾਉਣੀਆਂ ਪੈ ਗਈਆਂ, ਲੋਕਾਂ ਨੂੰ ਗਰਾਊਂਡ 'ਚ ਰੱਖਣਾ ਪੈ ਗਿਆ। ਤਾਂ ਗੋਰੇ ਕੀ ਕਰ ਸਕਦੇ ਨੇ, ਕਿੰਨੀ ਦੇਰ ਸਾਂਭਣਗੇ ਤੁਹਾਨੂੰ, ਇੰਨੇ ਲੋਕੀ ਜੇਲ੍ਹਾਂ ਚਲੇ ਜਾਓ। ਤਾਂ ਇਹ ਗਾਂਧੀ ਜੀ ਦਾ ਆਪਾਂ ਕਹਿ ਸਕਦੇ ਇੱਕ ਸਟ੍ਰੈਟੇਜੀ ਸੀ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਕੀ ਕਰੋ, ਜੇਲ੍ਹ ਦਾ ਡਰ ਕੱਢ ਦਿਓ। ਤਾਂ ਉਹੀ ਚੀਜ਼ ਹੋਈ। ਜਦੋਂ ਆਪਾਂ ਦੇਖਾਂਗੇ ਨੌਨ ਕੋਆਪਰੇਸ਼ਨ ਮੂਵਮੈਂਟ ਹੋਈ ਤਾਂ ਲੋਕਾਂ ਨੇ ਪ੍ਰਿਜ਼ਨਰ ਜਿਹੜੇ ਆਪਣੇ ਜੇਲ੍ਹਾਂ ਸੀਗੀਆਂ ਉਹ ਭਰਨੀਆਂ ਸ਼ੁਰੂ ਕਰਤੀਆਂ। ਉਹਨਾਂ ਨੂੰ ਤਾਂ ਜੇਲ੍ਹਾਂ ਨੂੰ ਤਾਂ ਤੀਰਥ ਸਥਾਨ ਬਣਨ ਲੱਗ ਗਏ ਕਿ ਜਿਹੜਾ ਜੇਲ੍ਹ ਨਹੀਂ ਗਿਆ ਉਹ ਕਿਤੇ ਨਹੀਂ ਗਿਆ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਾਂਗੇ ਮੂਵਮੈਂਟ ਜਿਹੜੀ ਸੀ ਨੌਨ ਕੋਆਪਰੇਸ਼ਨ ਮੂਵਮੈਂਟ, ਇਹਦੇ ਵਿੱਚ ਹੋਏਗਾ ਕਿ ਬॉयकॉट ਕੀਤਾ ਜਾਏਗਾ ਜੀ, ਸਵੈਮ ਸਵਦੇਸ਼ੀ ਵਾਲੀ ਚੀਜ਼ ਹੈ। ਬਸ ਅੰਗਰੇਜ਼ਾਂ ਨਾਲ ਆਪਾਂ ਬॉयकॉट ਹੀ ਰੱਖਣਾ ਆਪਣਾ, ਇਹਨਾਂ ਨਾਲ ਗੱਲ ਹੀ ਨਹੀਂ ਕਰਨੀ। ਇਹਨਾਂ ਦੇ ਕੱਪੜੇ, ਇਹਨਾਂ ਦਾ ਜੋ ਸਮਾਨ ਹੈ ਉਹ ਗਾਂਧੀ ਜੀ ਕਹਿਣਗੇ ਸਭ ਕੀ ਕਰ ਦਿਓ, ਬॉयकॉट ਕਰ ਦਿਓ, ਆਪਣਾ ਵਰਤੋ। ਕੱਪੜੇ ਨੇ ਬਾਹਰ ਦੇ ਕੱਪੜੇ ਨੇ, ਗਾਂਧੀ ਜੀ ਕਹਿਣਗੇ ਨਾ ਵਰਤੋ। ਤਾਂ ਗਾਂਧੀ ਜੀ ਨੂੰ ਪੁੱਛਿਆ ਜਾਏਗਾ ਦੱਸੋ ਜੀ ਫਿਰ ਕੀ ਪਾਈਏ, ਕੱਪੜੇ ਕਿਵੇਂ ਪਾਈਏ? ਤਾਂ ਗਾਂਧੀ ਜੀ ਕਹਿਣਗੇ ਆ ਲਓ ਜੀ ਚਰਖਾ, ਆਪਣੇ ਕੱਤੋ ਤੇ ਆਪਣੇ ਪਾਓ, ਬਾਹਰ ਦੇ ਕੱਪੜੇ ਪਾਣੇ ਬੰਦ ਕਰੋ, ਆ ਚੱਕੋ ਖਾਦੀ, ਖਾਦੀ ਦੇ ਕੱਪੜੇ ਬਣਾਓ ਤੇ ਖਾਦੀ ਦੇ ਕੱਪੜੇ ਪਾਓ। ਘੱਟ ਪਾ ਲਓ ਕੋਈ ਗੱਲ ਨਹੀਂ, ਪਰ ਆਪਣੇ ਤਾਂ ਪਾਓ। ਅੰਗਰੇਜ਼ਾਂ ਦੀ ਜਿਹੜੀ ਹੈ ਇਹ ਜਿੱਥੋਂ ਦੀ ਲੁੱਟ ਕੇ ਲੈ ਕੇ ਜਾਂਦੇ, ਇਹ ਘੱਟ ਕਰੋ, ਬੰਦ ਕਰੋ ਇਸ ਚੀਜ਼ ਨੂੰ। ਇਹ ਗਾਂਧੀ ਜੀ ਨੇ ਚੇਂਜਸ ਲੈ ਕੇ ਆਣਗੇ ਕੁਝ। ਠੀਕ ਹੈ ਜੀ, ਚਲੋ ਜੇ ਗੱਲ ਕਰਦੇ ਹਾਂ ਆਪਾਂ ਕਿ ਮੂਵਮੈਂਟ ਚੱਲੀ ਕਿੱਥੇ ਕਿੱਥੇ, ਤਾਂ ਆਪਾਂ ਦੇਖਾਂਗੇ ਪੰਜਾਬ ਦੇ ਵਿੱਚ ਮੂਵਮੈਂਟ ਹੈ, ਗੁਜਰਾਤ 'ਚ ਹੈ, ਬੰਗਾਲ 'ਚ ਹੈ। ਠੀਕ ਹੈ ਜੀ, ਸਾਊਥ ਇੰਡੀਆ 'ਚ ਵੀ ਮੂਵਮੈਂਟ ਹੈ, ਪਰ ਸਾਊਥ ਇੰਡੀਆ ਦੇ ਵਿੱਚ ਕਰਨਾਟਕਾ 'ਚ ਮੂਵਮੈਂਟ ਨਹੀਂ ਹੈਗੀ। ਇੱਥੋਂ ਹੀ ਤੁਹਾਡਾ ਕੁਐਸਚਨ ਪੈ ਜਾਂਦਾ ਹੁੰਦਾ। ਨੌਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਹੈ ਕਿਹੜੀ ਕਿਹੜੀ ਸਟੇਟ 'ਚ ਹੋਏਗੀ, ਤਾਂ ਕਰਨਾਟਕਾ 'ਚ ਨਹੀਂ ਦੇਖਣ ਨੂੰ ਮਿਲੇਗੀ ਆਪਾਂ ਨੂੰ। ਅੱਗੇ ਚੱਲਦੇ ਹਾਂ ਜੀ, ਨੌਨ ਕੋਆਪਰੇਸ਼ਨ ਮੂਵਮੈਂਟ ਵਧੀਆ ਚੱਲ ਰਹੀ ਹੈ। ਅੰਗਰੇਜ਼ਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ, ਲੋਕਾਂ ਨੂੰ ਲੱਗ ਰਿਹਾ ਕਿ ਗਾਂਧੀ ਜੀ ਜਿਹੜੇ ਨੇ ਕੁਛ ਨਾ ਕੁਛ ਕਰਨਗੇ, ਸਾਨੂੰ ਆਜ਼ਾਦੀ ਦਵਾ ਕੇ ਹੀ ਹਟਣਗੇ ਹੁਣ। ਪਰ ਇੱਕਦਮ ਐਵੇਂ ਦੀ ਕੋਈ ਘਟਨਾ ਹੋਏਗੀ ਕਿ ਗਾਂਧੀ ਜੀ ਜਿਹੜੇ ਨੇ ਸਾਰੀ ਦੀ ਸਾਰੀ ਮੂਵਮੈਂਟ ਇੱਕਦਮ ਹੀ ਬੰਦ ਕਰ ਦੇਣਗੇ। ਐਵੇਂ ਦੀ ਕੀ ਘਟਨਾ ਹੋਏਗੀ ਕਿ ਗਾਂਧੀ ਜੀ ਜਿਹੜੇ ਨੇ ਇੱਕਦਮ ਹੀ ਮੂਵਮੈਂਟ ਬੰਦ ਕਰ ਦੇਣਗੇ? ਤਾਂ ਆਪਾਂ ਇੱਥੇ ਦੇਖਾਂਗੇ ਚੌਰਾ ਚੌਰੀ ਇਨਸੀਡੈਂਸ ਹੁੰਦਾ ਹੈ। 1920 ਦੇ ਵਿੱਚ ਮੂਵਮੈਂਟ ਸ਼ੁਰੂ ਹੋਈ ਤਾਂ 2 ਸਾਲ ਦੇ ਵਿੱਚ ਹੀ 1922 ਦੇ ਵਿੱਚ ਚੌਰਾ ਚੌਰੀ ਦੀ ਘਟਨਾ ਹੋ ਜਾਏਗੀ, ਜਿਹਦੇ ਕਰਕੇ ਗਾਂਧੀ ਜੀ ਸਾਰੀ ਦੀ ਸਾਰੀ ਮੂਵਮੈਂਟ ਜਿਹੜੀ ਹੈ ਬਹੁਤ ਵਧੀਆ ਚੱਲ ਰਹੀ ਸੀ, ਜਿਹੜੀ ਸਿਰਫ ਇੱਕ ਘਟਨਾ ਕਰਕੇ ਸਾਰੀ ਦੀ ਸਾਰੀ ਮੂਵਮੈਂਟ ਬੰਦ। ਹੁਣ ਚੌਰਾ ਚੌਰੀ 'ਚ ਹੋਇਆ ਕੀ ਸੀ? ਜੇ ਗੱਲ ਕਰੀਏ ਚੌਰਾ ਚੌਰੀ ਦੀ, ਤਾਂ 1922 ਦੇ ਵਿੱਚ ਆਪਾਂ ਦੇਖਾਂਗੇ ਕੁਝ ਲੋਕ ਜਿਹੜੇ ਨੇ ਕੀ ਕਰ ਰਹੇ ਸੀ, ਪ੍ਰੋਟੈਸਟ ਕਰ ਰਹੇ ਸੀ। ਤਾਂ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਦੇ ਲੀਡਰ ਨੂੰ ਜਿਹੜੀ ਹੈ ਪੁਲਿਸ ਲੈ ਗਈ ਸੀ ਚੱਕ ਕੇ। ਤਾਂ ਜਿਹੜੇ ਲੀਡਰਸ ਦੇ ਸਪੋਰਟਰ ਸੀਗੇ, ਉਹਨਾਂ ਦੀ ਤੇ ਪੁਲਿਸ ਦੀ ਕੀ ਹੋਣ ਲੱਗੀ, ਝੜਪ ਹੋਣ ਲੱਗੀ। ਜਦੋਂ ਉਹਨਾਂ ਦੀ ਝੜਪ ਹੋਣ ਲੱਗੀ ਤਾਂ ਜਿਹੜੇ ਉਹਨਾਂ ਦੇ ਫਾਲੋਅਰ ਸੀਗੇ, ਲੋਕ ਸੀਗੇ, ਜ਼ਿਆਦਾ ਭੀੜ ਸੀ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਵਾਪਿਸ ਆਪਾਂ ਕਹਿ ਸਕਦੇ ਹਾਂ ਕਿ ਪੁਲਿਸ ਸਟੇਸ਼ਨ ਵੱਲ ਜਾਣ ਨੂੰ ਮਜਬੂਰ ਕਰਤਾ। ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਜਿਹੜੀ ਸੀ ਕੈਦ ਹੋ ਗਈ, ਤਾਂ ਲੋਕਾਂ ਨੇ ਉਹ ਪੁਲਿਸ ਸਟੇਸ਼ਨ ਨੂੰ ਵੀ ਕੀ ਲਗਾਤੀ, ਅੱਗ ਲਗਾ ਦਿੱਤੀ। ਕਲੀਅਰ? ਤਾਂ ਇਹ ਚੀਜ਼ ਸੀਗੀ ਚੌਰਾ ਚੌਰੀ ਇਨਸੀਡੈਂਸ, ਜਿਸ ਦੇ ਵਿੱਚ ਬਹੁਤ ਜ਼ਿਆਦਾ ਪੁਲਿਸ ਵਾਲਿਆਂ ਨੂੰ ਕੀ ਹੋਏਗੀ, ਆਪਾਂ ਕਹਾਂਗੇ ਕਿ ਉਹਨਾਂ ਦੀ ਡੈਥ ਹੋ ਜਾਏਗੀ। ਜਦੋਂ ਹੁਣ ਮੂਵਮੈਂਟ ਜਿਹੜੀ ਹੈ ਨੌਨ ਕੋਆਪਰੇਸ਼ਨ, ਗਾਂਧੀ ਜੀ ਕਹਿ ਰਹੇ ਨੇ ਕਿਸੇ ਨੇ ਹਿੰਸਾ ਨਹੀਂ ਕਰਨੀ। ਕਿਉਂ ਨਹੀਂ ਹਿੰਸਾ ਕਰਨੀ? ਜੇ ਤੁਸੀਂ ਹਿੰਸਾ ਕਰੋਗੇ ਤਾਂ ਜਿਹੜੀ ਅੰਗਰੇਜ਼ ਸਰਕਾਰ ਹੈ ਇਹਨੂੰ ਮੌਕਾ ਮਿਲ ਜਾਏਗਾ ਤੁਹਾਨੂੰ ਚੱਕਣ ਦਾ ਤੇ ਗਾਂਧੀ ਜੀ ਨੂੰ ਚੱਕਣ ਦਾ। ਹੁਣ ਹੋਇਆ ਕਿ ਚੌਰਾ ਚੌਰੀ ਇਨਸੀਡੈਂਟ ਦੇ ਵਿੱਚ ਪੁਲਿਸ ਵਾਲੇ ਮਾਰੇ ਗਏ। ਤਾਂ ਗਾਂਧੀ ਜੀ ਕਹਿੰਦੇ ਕਿ ਇਸ ਤੋਂ ਪਹਿਲਾਂ ਕਿ ਲੋਕੀ ਹੋਰ ਜਗ੍ਹਾ ਵੀ ਇਸ ਨੂੰ ਦੇਖਦੇ ਹੋਏ ਅੰਗਰੇਜ਼ਾਂ ਦੇ ਉੱਪਰ ਹਮਲੇ ਸ਼ੁਰੂ ਕਰ ਦੇਣ, ਗਾਂਧੀ ਜੀ ਨੇ ਸਾਰੀ ਦੀ ਸਾਰੀ ਮੂਵਮੈਂਟ ਹੀ ਬੰਦ ਕਰਤੀ। ਪਰ ਗਾਂਧੀ ਜੀ ਇੱਥੇ ਆਪਾਂ ਯਾਦ ਰੱਖਾਂਗੇ ਚੌਰਾ ਚੌਰੀ ਇਨਸੀਡੈਂਟ ਤੋਂ ਬਾਅਦ ਮੂਵਮੈਂਟ ਬੰਦ ਹੋਏਗੀ। ਕਿਵੇਂ ਬੰਦ ਹੋਏਗੀ? ਤਾਂ ਇਸ ਚੀਜ਼ ਨੂੰ ਕਾਂਗਰਸ ਦੇ ਵਿੱਚ ਜਾ ਕੇ ਬੰਦ ਕਰਨੀ ਪਏਗੀ। ਕਾਂਗਰਸ 'ਚ ਹੀ ਜਾ ਕੇ ਆਪਾਂ ਦੇਖਿਆ ਸੀ ਕਿ ਮੂਵਮੈਂਟ ਸ਼ੁਰੂ ਹੋਈ ਸੀ। ਤਾਂ ਯਾਦ ਰੱਖਿਓ 1922 ਦੇ ਵਿੱਚ ਇੱਕ ਪਾਸ ਹੋਏਗੀ ਕਾਂਗਰਸ ਦੀ ਰੈਜ਼ੋਲੂਸ਼ਨ, ਜਿਹਨੂੰ ਕਿਹਾ ਜਾਂਦਾ ਹੈ ਬਾਰਦੋਲੀ ਰੈਜ਼ੋਲੂਸ਼ਨ। ਕਾਂਗਰਸ ਦੀ ਬਾਰਦੋਲੀ ਰੈਜ਼ੋਲੂਸ਼ਨ ਕਿਹਦੇ ਨਾਲ ਰਿਲੇਟਡ ਹੈ? ਤਾਂ ਯਾਦ ਰੱਖਿਓ ਜਦੋਂ ਨੌਨ ਕੋਆਪਰੇਸ਼ਨ ਮੂਵਮੈਂਟ ਨੂੰ ਕੀ ਕਰਨਾ ਹੁੰਦਾ, ਸਸਪੈਂਡ ਕਰਨਾ ਹੁੰਦਾ। ਗਾਂਧੀ ਜੀ ਵੀ ਕੀ ਸੀ, ਵਕੀਲ ਸੀ। ਗਾਂਧੀ ਜੀ ਨੇ ਇਹ ਨਹੀਂ ਕਿਹਾ ਮੂਵਮੈਂਟ ਖਤਮ, ਗਾਂਧੀ ਜੀ ਨੇ ਕਿਹਾ ਮੂਵਮੈਂਟ ਸਸਪੈਂਡ ਹੈ।
कि किसी भी टाइम जो है अंग्रेजों पर प्रैशर रखो अपना बना के कि किसी भी टाइम मूवमेंट जी वापस तो शुरू की जा सकती है, सस्पेंड करती सी कुछ टाइम लिए। तो बारदोली रेजोल्यूशन 1922 के याद रखेंगे, जिहदे नाल नॉन कोऑपरेशन मूवमेंट जी है वो की जाएगी, सस्पेंड की जाएगी। क्यों की जाएगी? क्योंकि चौरा चौरी इंसीडेंट्स के कारण काफ़ी ज़्यादा आप कह सकते हैं कि लोगों के विच की सीगा, आप कह सकते हैं कि पुलिस जी है हुण लोगों को चक सकती सी, अंग्रेजों को एक मौका मिल गया सी बाकियों चक्कन का। सेम होएगा चौरा चौरी तो बाद गांधी जी को भी जेल के पा दिता जाएगा, बाकी जिन्हें भी लीडर्स ने उन्होंने भी जेल के पा दिता जाएगा। हुण इत्थे गांधी जी जिहड़े ने 1924 के बाहर निकलणगे जेल तो। हुण गांधी जी 1922 जो गल करेंगे तो 1922 जेल चले गए, 1924 बाहर आएंगे जो उन्होंने रिलीज़ किया जाएगा। क्यों? क्योंकि उन्होंने सेहत जी ठीक नहीं रहेगी, ता करके गांधी जी को रिलीज़ किया जाएगा। नैक्सट हुण 1922 तो लैके 1924 गांधी जी तो जेल च ने। 1922 तो लैके 1924 की जो गल करेंगे गांधी जी तो जेल च ने। हुण गांधी जी जेल च ने, जिहड़े लीडर बाहर ने वो की करनगे? हुण गांधी जी ने नॉन कोऑपरेशन कहता सी कि अंग्रेजों का बिल्कुल ही खैड़ा छड्ड दो, आप इन्हां नाल कोऑपरेट ही नहीं करना, चाहे जो मर्जी कर लो, इन्हां नाल आपां गलबात ही नहीं करनी। जिन्हों आप कहते हैं पिंड चों छिकना, वो गल होगी कि इन्हां नाल तां आपां अपना कोई सांझ रखनी ही नहीं। ये सी गांधी जी की नॉन कोऑपरेशन मूवमेंट। हुण गांधी जी खुद तो मूवमेंट को बंद कर गए भी किसी भी टाइम शुरू की जा सकती है, वो दस के नहीं गए। तो आप गांधी जी कितने ने? जेल च ने। हुण जिहड़े बाहर लोग बैठे ने जिवें कि CR दास, जिवें आप गल करते हैं मोतीलाल नेहरू की, इत्थे आप देखेंगे जी कांग्रेस है ना, ये दो हिस्सों में वंडी जाएगी। कांग्रेस दो हिस्सों में वंडी जाएगी। पहला भी एक बार कांग्रेस दो हिस्सों में वंडी गई थी, जिन्होंने आप कहते हैं स्प्लिट ऑफ सूरत स्प्लिट कहने 1907 के। हुण इत्थे फिर कांग्रेस के दो विचारधारावां देखने को मिल गई। एक विचारधारा जिन्होंने आप कहांगे प्रो चेंजर, तो एक नूं कहांगे नो चेंजर। जिहड़े प्रो चेंजर वाले कह रहे हैं गांधी जी तो जेल च ने, तो आप की करते हैं, आप इलैक्शन लड़ लेंगे। इलैक्शन लड़ के आप जिहड़ा है प्रोविंसिस दे विच जावांगे, आप जिहड़ियां सीटां जितदे हैं। आप किते ना किते अपने तो बजाय कोई होर जी जित के उत्थे चला गया, तो वो पावर जिहड़ी है अपने कोल रखेगा। तो जिहड़े कुछ लोग होणगे जिवें CR दास, मोतीलाल नेहरू, ये कहेंगे कि असीं की करना है, असीं आपां की करना है, जे इलैक्शन है इलैक्शन जित के प्रोविंसिस च जाना है, असीं असैंबलिया च जाके बैठना है, ताकि असीं जिन्ने भी अगले रिफॉर्म्स ने वो अंग्रेजों तो छेती लै सकीए, तो अंग्रेज जो साडे खिलाफ कोई काम करना चाह रहे हैं उसनूं भी बंद करिए। तो ये सीगा कौन जी? प्रो चेंजर। पर दूजी पासे गल करेंगे नो चेंजर, तो नो चेंजर वो लोग होणगे जिहड़े कहणगे नहीं, गांधी जी ने कहता सी कि इन्हां नाल गलबात नहीं करनी, इन्हां नाल कोई सांझ नहीं रखनी, आपां कोई सांझ रखनी ही नहीं, अगली मूवमेंट की तैयारी करो। गांधी जी कदों आएंगे वापस, कदों की आपां नूं पता है कि नॉन कोऑपरेशन वापस तो शुरू होगी, फिर तो आप तैयारी करिए। तो कुछ लोग कह रहे हैं कि आप नहीं इन्हां नाल अंग्रेजों नाल मिल वरतना, आप इन्हां नूं टोटली ही नॉन कोऑपरेट करना है। दूजे कहेंगे कि नहीं आपां नूं असैंबली दे विच जाना चाहिए, आप उत्ते जाके अपने वास्ते अलग तो रिफॉर्म्स लै सकते हैं। तो ये दो जिहड़े ने पार्ट आपां नूं देखने को मिलेंगे कांग्रेस विच, जिन्हां नूं आपां कहांगे नो चेंजर, प्रो चेंजर। प्रो चेंजर दे विच नाम याद रखने ने आपां, जिवें कि CR दास, अजमल खान, मोतीलाल नेहरू। दे वर नॉट इन फेवर, नाम याद रखियो जी, इत्थे नॉट लिखिया है, दे वर नॉट इन फेवर ऑफ बॉयकॉटिंग इलैक्शनस। ये कह रहे हैं असीं असैंबलियां च जाना ही जाना है। दूजे पासे दूजे जिहड़े ने नो चेंजर वाले, उन्होंने नाम भी याद होने चाहिए ने। बिल्कुल तुहानूं पुछ लिता जाता है नो चेंजर के नाम दस दो, प्रो चेंजर के नाम दस दो। तो नो चेंजर के नाम याद रखियो C राजा गोपालचारी, डॉक्टर राजेंद्र प्रसाद। ठीक है जी, दो नाम ने याद रख लियो। इस तो अलावा जो नाम याद रखना तो वल्लभ भाई पटेल। वल्लभ भाई पटेल भी की सीगे, ये सीगे जी नो चेंजर। तो ये कह रहे हैं, ये कह रहे हैं कि नहीं सानू नॉन कोऑपरेशन मूवमेंट जी सस्पेंड हुई है, असी जो है कांग्रेस ने जिवें गांधी जी ने कहा कि असी इलैक्शन के जाना ही नहीं, असीं अंग्रेजों के नाल मिल वरतना ही नहीं। तो ये सीगे कांग्रेस के दो हिस्से, प्रो चेंजर, नो चेंजर। हुण गांधी जी तो कोल गल पहुंचेगी कि देखो जी कांग्रेस के हुण दो हिस्से हो रहे हैं, एक प्रो चेंजर ने, एक नो चेंजर ने, तो कीता की जाए? तो गांधी जी कहेंगे कि होर कुछ ना करो, जिन्हों ने इलैक्शन लड़ना है उन्होंने को कांग्रेस नहीं लड़ेगी, तुसी कांग्रेस के ग्रुप चों एक नवी पार्टी बना लो। नवी पार्टी का नाम की होगा? वह पार्टी का नाम होगा स्वराज पार्टी। गांधी जी कहेंगे कि नवी पार्टी बना लो, अलग तो पार्टी ना बनाओ, कांग्रेस के नीचे ही एक पार्टी बना लो, उन्होंने कहो स्वराज पार्टी, तो तुहानूं असीं की करते हैं अलाउ कर देना, तुसीं जाके इलैक्शन जिहड़े ने कंटैसट कर लो, इलैक्शन जितने जित लो। ठीक है जी। तो जे गल करेंगे प्रो चेंजर्स की, तो ये इलैक्शन के चंगा करनगे, 100 के विचों 42 सीटां है जित भी जाणगे, 100 के विचों 42 सीटां जित के ये अपना बंदा जिहड़ा है स्पीकर भी ला लेंगे, जिन्हां दा नाम होएगा विठल भाई पटेल। वल्लभ भाई पटेल नहीं हैगा, विठल भाई पटेल है, जिहड़े की बन गए स्पीकर बनाए जाएंगे उस टाइम पर। ठीक है जी। चलो अगे गल करते हैं। स्वराज पार्टी वधिया चल रही सी, पर स्वराज पार्टी का डिकलाइन, हुण स्वराज पार्टी भी अगे जाके दो हिस्सों निकल आएगी।
ਸਵਰਾਜ ਪਾਰਟੀ ਨਿਕਲੀ ਕਿੱਥੋਂ ਸੀ? ਕਾਂਗਰਸ ਚੋਂ ਨਿਕਲੀ ਸੀ। ਕਾਂਗਰਸ ਦੇ ਵਿੱਚ ਦੋ ਪਾਰਟ ਸੀਗੇ, ਨੋ ਚੇਂਜਰ, ਪ੍ਰੋ ਚੇਂਜਰ। ਤਾਂ ਜਿਹੜੇ ਪ੍ਰੋ ਚੇਂਜਰ ਸੀਗੇ ਉਹਨਾਂ ਨੂੰ ਹੀ ਆਪਾਂ ਸਵਰਾਜਿਸਟ ਕਹਿੰਦੇ ਸੀ, ਤੇ ਕਾਂਗਰਸ ਦੇ ਇੱਕ ਪਾਰਟ ਸੀਗਾ ਨੋ ਚੇਂਜਰ, ਜਿਹੜੇ ਕਹਿੰਦੇ ਸੀ ਅਸੀਂ ਕਿਤੇ ਨਹੀਂ ਜਾਣਾ, ਅਸੀਂ ਕੋਈ ਇਲੈਕਸ਼ਨ ਨਹੀਂ ਲੜਨੇ। ਜਿਹੜੇ ਇਲੈਕਸ਼ਨ ਲੜਨ ਵਾਲੇ ਸੀ ਉਹਨਾਂ ਨੂੰ ਅਲੱਗ ਤੋਂ ਗਾਂਧੀ ਜੀ ਨੇ ਕਿਹਾ ਇੱਕ ਪਾਰਟੀ ਬਣਾ ਲਓ ਸਵਰਾਜਿਸਟ। ਸਵਰਾਜਿਸਟ ਵੀ ਅੱਗੇ ਦੇਖਾਂਗੇ ਦੋ ਪਾਰਟ 'ਚ ਡਿਵਾਈਡ ਹੋ ਗਏ, ਇੱਕ ਨੂੰ ਕਿਹਾ ਜਾਏਗਾ ਰਿਸਪੌਂਸਿਵਿਸਟ, ਇੱਕ ਨੂੰ ਕਿਹਾ ਜਾਏਗਾ ਨॉन ਰਿਸਪੌਂਸਿਵਿਸਟ। मतलब कि ਅੱਗੇ ਜਾ ਕੇ ਆਪਾਂ ਦੇਖਾਂਗੇ ਸਵਰਾਜ ਪਾਰਟੀ ਵੀ ਕਾਫੀ ਜ਼ਿਆਦਾ ਵੀਕ ਹੋ ਜਾਏਗੀ, ਡਿਕਲਾਈਨ ਹੋ ਜਾਏਗੀ। ਜੋ ਦੀ ਆਪਾਂ ਗੱਲ ਕਰੀਏ ਕਿ ਕਿਉਂ ਇਹ ਸਵਰਾਜ ਪਾਰਟੀ ਖਤਮ ਹੋਏਗੀ, ਤਾਂ ਇਹਦੇ ਵਿੱਚ ਵੀ ਦੋ ਆਪਾਂ ਕਹਾਂਗੇ ਕਿ ਪਾਰਟੀਸ਼ਨ ਹੋ ਗਈਆਂ, ਵੰਡ ਹੋ ਗਈ। ਕੀ ਹੈ ਰਿਸਪੌਂਸਿਵਿਸਟ, ਨॉन ਰਿਸਪੌਂਸਿਵਿਸਟ? ਦੇਖੋ ਜੀ, ਡਿਕਲਾਈਨ ਆਫ ਸਵਰਾਜ ਪਾਰਟੀ ਕੀ ਹੋਏਗਾ ਇੱਥੇ ਜੇ ਗੱਲ ਕਰਾਂਗੇ ਆਪਾਂ, CR ਦਾਸ 1925 ਵਿੱਚ CR ਦਾਸ ਦੀ ਕੀ ਹੋ ਜਾਏਗੀ, ਡੈਥ ਹੋ ਜਾਏਗੀ। ਜਦੋਂ 1925 ਦੇ ਵਿੱਚ CR ਦਾਸ ਦੀ ਡੈਥ ਹੋ ਗਈ, CR ਦਾਸ ਕੌਣ ਸੀਗੇ? ਜਿਨ੍ਹਾਂ ਨੇ ਸਵਰਾਜ ਪਾਰਟੀ ਜਿਹੜੀ ਹੈ ਸਟਾਰਟ ਕੀਤੀ ਸੀ, ਫਾਊਂਡਰ ਸੀਗੇ ਮੋਤੀ ਲਾਲ ਨਹਿਰੂ ਤੇ CR ਦਾਸ ਨੇ ਤਾਂ ਕੀ ਕੀਤੀ ਸੀ, ਸਵਰਾਜ ਪਾਰਟੀ ਬਣਾਈ ਸੀ। ਹੁਣ ਇਹਨਾਂ ਦੀ ਡੈਥ ਹੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜੇ ਸਵਰਾਜ ਪਾਰਟੀ ਹੈ ਇਹਦੇ ਵਿੱਚ ਵੀ ਕੁਝ ਲੋਕ ਜਿਹੜੇ ਨੇ ਧਰਮ ਦੇ ਆਧਾਰ ਦੇ ਉੱਪਰ ਹੀ ਅਲੱਗ-ਅਲੱਗ ਚੱਲ ਜਾਣਗੇ। ਜਿਵੇਂ ਕਿ ਨਾਮ ਯਾਦ ਰੱਖਾਂਗੇ ਕੁਝ, ਜਿਵੇਂ ਲਾਲਾ ਲਾਜਪਤ ਰਾਏ, ਮਦਨ ਮੋਹਨ ਮਾਲਵੀਆ। ਹੁਣ ਅੰਗਰੇਜ਼ਾਂ ਦੇ ਅਗੇਂਸਟ ਜਾਣ ਲਈ ਜਿਹੜੀ ਸੀ ਸਵਰਾਜ ਪਾਰਟੀ ਆਈ ਸੀ। ਇਹਨਾਂ ਨੇ ਕਿਹਾ ਸੀ ਕਿ ਅਸੀਂ ਜਾ ਕੇ ਅੰਗਰੇਜ਼ਾਂ ਤੋਂ ਰਿਫਾਰਮਸ ਲਵਾਂਗੇ ਤੇ ਜੇ ਸਾਡੇ ਖਿਲਾਫ ਕੋਈ ਕੰਮ ਕੀਤਾ ਜਾਏਗਾ ਅੰਗਰੇਜ਼ਾਂ ਦਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ, ਤਾਂ ਅਸੀਂ ਅਸੈਂਬਲੀ 'ਚ ਜਾ ਰਹੇ ਹਾਂ, ਤਾਂ ਅਸੀਂ ਕੀ ਹਾਂ, ਸਵਰਾਜ ਪਾਰਟੀ ਬਣਵਾ ਰਹੇ ਹਾਂ। ਤਾਂ ਗਾਂਧੀ ਜੀ ਨੇ ਅਲਾਉ ਕਰਤਾ ਸੀ ਇਸ ਚੀਜ਼ ਨੂੰ। ਹੁਣ ਗਾਂਧੀ ਜੀ ਦੇ ਉਸ ਤੋਂ ਬਾਅਦ ਆਪਾਂ ਅੱਗੇ ਜਾ ਕੇ ਦੇਖਾਂਗੇ ਕਿ CR ਦਾਸ ਦੀ ਕੀ ਹੋ ਗਈ, ਡੈਥ ਹੋ ਗਈ 1925 ਦੇ ਵਿੱਚ। ਜਦੋਂ 1925 ਦੇ ਵਿੱਚ CR ਦਾਸ ਦੀ ਡੈਥ ਹੋ ਗਈ ਤਾਂ ਜਿਹੜੀ ਸਵਰਾਜ ਪਾਰਟੀ ਸੀ ਇਹ ਦੋ ਹਿੱਸਿਆਂ 'ਚ ਟੁੱਟ ਗਈ। ਇੱਕ ਲੋਕ ਬੱਚਿਆਂ ਨੂੰ ਇੱਕ ਪਾਸੇ ਨੂੰ ਆਪਾਂ ਕਹਾਂਗੇ ਰਿਸਪੌਂਸਿਵਿਸਟ ਤੇ ਇੱਕ ਪਾਸੇ ਨੂੰ ਆਪਾਂ ਕਹਿ ਰਹੇ ਨॉन ਰਿਸਪੌਂਸਿਵਿਸਟ। ਰਿਸਪੌਂਸਿਵਿਸਟ ਉਹ ਲੋਕ ਸੀ ਜਿਹੜੇ ਕਹਿ ਰਹੇ ਸੀ ਦੇਖੋ ਜੀ ਅਸੀਂ ਤਾਂ ਜੇ ਇੱਥੇ ਵੀ ਅੰਗਰੇਜ਼ਾਂ ਦਾ ਸਾਥ ਦੇਣਾ ਪਏਗਾ ਅਸੀਂ ਦੇਵਾਂਗੇ। ਕਦੋਂ? ਜੇ ਕੋਈ ਵੀ ਅੰਗਰੇਜ਼ ਜਿਹੜੇ ਨੇ ਕੋਈ ਗੱਲ ਕਰਨਗੇ ਹਿੰਦੂ ਇੰਟਰਸਟ ਦੇ ਲਈ, ਜੇ ਅੰਗਰੇਜ਼ ਜਿਹੜੇ ਨੇ ਹਿੰਦੂ ਇੰਟਰਸਟ ਦੇ ਲਈ ਕੋਈ ਗੱਲ ਕਰ ਰਹੇ ਨੇ ਤਾਂ ਅਸੀਂ ਅੰਗਰੇਜ਼ਾਂ ਦਾ ਸਾਥ ਦੇਵਾਂਗੇ। ਤਾਂ ਉਹ ਕੌਣ ਹੋ ਗਏ? ਜਿਹੜੇ ਰਿਸਪੌਂਸ ਕਰ ਰਹੇ ਨੇ ਅੰਗਰੇਜ਼ਾਂ ਨੂੰ ਤਾਂ ਉਹ ਹੋ ਜਾਣਗੇ ਰਿਸਪੌਂਸਿਵਿਸਟ। ਤਾਂ ਨਾਮ ਯਾਦ ਰੱਖ ਲਿਓ, ਰਿਸਪੌਂਸਿਵਿਸਟ ਦੇ ਵਿੱਚ ਦੋ ਨਾਮ, ਲਾਲਾ ਲਾਜਪਤ ਰਾਏ ਤੇ ਮਦਨ ਮੋਹਨ ਮਾਲਵੀਆ। ਤੇ ਜਿਹੜੇ ਨॉन ਰਿਸਪੌਂਸਿਵਿਸਟ ਸੀ ਜਿਨ੍ਹਾਂ ਵਿੱਚ ਮੋਤੀ ਲਾਲ ਨਹਿਰੂ ਆ ਜਾਣਗੇ, ਉਹ ਕਹਿਣਗੇ ਕਿ ਦੇਖੋ ਅਸੀਂ ਤਾਂ ਕਦੀ ਵੀ ਅੰਗਰੇਜ਼ਾਂ ਦੇ ਨਾਲ ਸਾਥ ਨਹੀਂ ਦੇਵਾਂਗੇ, ਅਸੀਂ ਤਾਂ ਇਹਨਾਂ ਤੋਂ ਰਿਫਾਰਮਸ ਦੀ ਡਿਮਾਂਡ ਕਰਦੇ ਹਾਂ ਤੇ ਅਸੀਂ ਇਹਨਾਂ ਦਾ ਸਾਥ ਕਦੀ ਨਹੀਂ ਦੇਵਾਂਗੇ, ਚਾਹੇ ਕਿਹੜੇ ਮਰਜ਼ੀ ਧਰਮ ਦਾ ਫਾਇਦਾ ਹੋਵੇ, ਜਿਹੜੇ ਮਰਜ਼ੀ ਦਾ ਨੁਕਸਾਨ ਹੋ ਰਿਹਾ ਹੋਵੇ। ਤਾਂ ਕਰਕੇ ਆਪਾਂ ਦੇਖਾਂਗੇ ਸਵਰਾਜ ਪਾਰਟੀ ਦਾ ਕੀ ਹੋਏਗਾ, ਡਿਕਲਾਈਨ। ਸਵਰਾਜ ਪਾਰਟੀ ਦਾ ਡਿਕਲਾਈਨ ਦੀ ਗੱਲ ਕਰਾਂਗੇ 1925 ਤੋਂ ਬਾਅਦ ਜਿਹੜੀ ਹੈ ਸਵਰਾਜ ਪਾਰਟੀ ਦੀ ਇੰਪੋਰਟੈਂਸ ਜਿਹੜੀ ਹੈ ਘਟਦੀ ਜਾਏਗੀ। ਹੁਣ ਥੋੜਾ ਜਿਹਾ ਵਾਪਸ ਚੱਲਦੇ ਹਾਂ। ਆਪਾਂ ਦੇਖਿਆ ਸੀ 1922 ਦੇ ਵਿੱਚ ਗਾਂਧੀ ਜੀ ਨੂੰ ਜੇਲ੍ਹ 'ਚ ਲੈ ਦਿੱਤਾ ਜਾਏਗਾ, 1924 ਦੇ ਵਿੱਚ ਗਾਂਧੀ ਜੀ ਵਾਪਸ ਆਣਗੇ। ਹੁਣ ਗਾਂਧੀ ਜਦੋਂ 1924 'ਚ ਵਾਪਸ ਆ ਰਹੇ ਨੇ ਤਾਂ ਇਸ ਤੋਂ ਪਿੱਛੇ ਹੋਇਆ ਕੀ, ਤਾਂ ਕਾਂਗਰਸ ਦੇ ਵਿੱਚ ਦੋ ਹਿੱਸੇ ਹੋ ਗਏ, ਨੋ ਚੇਂਜਰ ਤੇ ਪ੍ਰੋ ਚੇਂਜਰ। ਤਾਂ ਹੁਣ ਗਾਂਧੀ ਜੀ ਦਾ ਰੋਲ ਕਿੱਥੇ ਆਏਗਾ? ਗਾਂਧੀ ਜੀ ਸੂਰਤ ਸਪਲਿਟ ਦੇ ਟਾਈਮ ਤੇ ਨਹੀਂ ਸੀ, ਪਰ ਹੁਣ ਤਾਂ ਗਾਂਧੀ ਜੀ ਹੈਗੇ ਨੇ ਨਾ, ਤਾਂ ਗਾਂਧੀ ਜੀ ਹੁੰਦੇ ਹੋਏ ਵੀ ਕਾਂਗਰਸ ਜਿਹੜੀ ਹੈ ਕਿ ਦੋ ਹਿੱਸਿਆਂ 'ਚ ਜਾਏਗੀ ਨਹੀਂ। ਤਾਂ ਆਪਾਂ ਦੇਖਾਂਗੇ ਇੱਥੇ 1924 ਦੇ ਵਿੱਚ ਸੈਸ਼ਨ ਹੋਏਗਾ ਕਿੱਥੇ, ਬੈਲਗਾਮ ਸੈਸ਼ਨ। ਨਾਮ ਯਾਦ ਰੱਖ ਲਿਓ ਜੀ, ਬੈਲਗਾਮ ਸੈਸ਼ਨ। ਬੈਲਗਾਮ ਸੈਸ਼ਨ ਜਿਹੜਾ ਸੀਗਾ ਇਹ ਪਹਿਲਾ ਸੈਸ਼ਨ ਹੋਵੇਗਾ ਜਿਹਨੂੰ ਗਾਂਧੀ ਜੀ ਕੀ ਕਰਨਗੇ, ਜਿਹਦੇ ਪ੍ਰੈਜ਼ੀਡੈਂਟ ਹੋਣਗੇ। ਇਕਲੌਤਾ ਸੈਸ਼ਨ ਜਿਹਦੇ ਗਾਂਧੀ ਜੀ ਪ੍ਰੈਜ਼ੀਡੈਂਟ ਹੋਣਗੇ 1924 ਚ ਹੋਏਗਾ ਬੈਲਗਾਮ ਸੈਸ਼ਨ। ਤੇ ਇਹ ਸੈਸ਼ਨ ਦੀ ਖਾਸੀਅਤ ਕੀ ਹੈ, ਇਹਦੇ ਵਿੱਚ ਆ ਪ੍ਰੋ ਚੇਂਜਰ ਤੇ ਨੋ ਚੇਂਜਰ ਇਹਨਾਂ ਨੂੰ ਕੀ ਕੀਤਾ ਜਾਏਗਾ, ਸਾਥ ਲੈ ਕੇ ਆ ਜਾਏਗਾ। ਇਹ ਜਿਹੜੇ ਅਲੱਗ-ਅਲੱਗ ਜਾ ਰਹੇ ਸੀ ਨਾ, ਅਲੱਗ ਹੋਣ ਦੀ ਕਗਾਰ ਤੇ ਸੀ, ਤਾਂ ਗਾਂਧੀ ਜੀ ਇਹਨਾਂ ਨੂੰ ਇਕੱਠੇ ਕਰਨਗੇ। ਪ੍ਰੋ ਚੇਂਜਰਾਂ ਨੂੰ ਕਹਿਣਗੇ ਲੋ ਜੀ ਤੁਹਾਡੇ ਲਈ ਪਾਰਟੀ ਸਵਰਾਜ ਪਾਰਟੀ, ਤੁਸੀਂ ਨਾਲ ਲੜੋ। ਤਾਂ ਗਾਂਧੀ ਜੀ ਆਪਾਂ ਕਹਿ ਸਕਦੇ ਕਿ ਵਧੀਆ ਲੀਡਰ ਸੀ, ਤਾਂ ਉਹਨਾਂ ਨੇ ਕੀ ਕੀਤਾ, ਕਾਂਗਰਸ ਨੂੰ ਅਲੱਗ ਹੋਣ ਤੋਂ ਬਚਾਇਆ। ਕਿਵੇਂ? ਬੈਲਗਾਮ ਸੈਸ਼ਨ ਦੇ ਵਿੱਚ ਪ੍ਰੋ ਚੇਂਜਰ ਤੇ ਨੋ ਚੇਂਜਰ ਨੂੰ ਇਕੱਠੇ ਲੈ ਕੇ ਆ ਗਏ। ਅੱਗੇ ਗੱਲ ਕਰਦੇ ਹਾਂ ਜੀ, ਆਪਾਂ ਦੇਖਾਂਗੇ ਹੁਣ ਆਪਾਂ ਪਹੁੰਚ ਚੁੱਕੇ ਹਾਂ 1925 ਤੋਂ ਬਾਅਦ 1927। ਹੁਣ 1927 ਦੇ ਵਿੱਚ ਕੀ ਹੋ ਰਿਹਾ, 1927 ਦੀ ਜੇ ਗੱਲ ਕਰਾਂਗੇ ਤਾਂ ਆਪਾਂ ਦੇਖਦੇ ਹਾਂ ਸਾਈਮਨ ਕਮਿਸ਼ਨ ਨੂੰ ਅਪਾਇੰਟ ਕੀਤਾ ਗਿਆ। ਜੇ ਗੱਲ ਕਰਦੇ ਹਾਂ ਸਾਈਮਨ ਕਮਿਸ਼ਨ ਅਪਾਇੰਟ ਕਦੋਂ ਹੋਇਆ ਸੀ, ਤਾਂ ਯਾਦ ਰੱਖਿਓ ਸਾਈਮਨ ਕਮਿਸ਼ਨ ਅਪਾਇੰਟ ਕੀਤਾ ਗਿਆ ਸੀਗਾ 1927 ਦੇ ਵਿੱਚ। ਪਰ ਜੇ ਕੁਐਸਚਨ ਆ ਜਾਂਦਾ ਸਾਈਮਨ ਕਮਿਸ਼ਨ ਦੀ ਰਿਪੋਰਟ ਕਿਹੜੇ ਸਾਲ ਚ ਆਈ, ਜੇ ਗੱਲ ਆਉਂਦੀ ਹੈ ਸਾਈਮਨ ਕਮਿਸ਼ਨ ਦੀ ਰਿਪੋਰਟ ਦੀ, ਤਾਂ ਰਿਪੋਰਟ ਯਾਦ ਰੱਖਿਓ 1930 ਦੇ ਵਿੱਚ ਰਿਪੋਰਟ ਆਏਗੀ। 3 ਸਾਲ ਲੱਗ ਜਾਣਗੇ ਸਾਈਮਨ ਕਮਿਸ਼ਨ ਨੂੰ ਰਿਪੋਰਟ ਦੇਣ ਲੱਗੇ। ਹੁਣ ਸਾਈਮਨ ਕਮਿਸ਼ਨ ਕਰਨ ਕੀ ਆਏ ਸੀ, ਤਾਂ ਆਪਾਂ ਜੇ ਗੱਲ ਕਰੀਏ ਸਾਈਮਨ ਕਮਿਸ਼ਨ ਦੀ, ਤਾਂ ਇਹਨਾਂ ਨੂੰ ਭੇਜਿਆ ਗਿਆ ਸੀ ਕਿ ਦੇਖੋ ਤੁਸੀਂ ਜਾ ਕੇ ਪਹਿਲਾਂ ਤਾਂ ਚੈੱਕ ਕਰੋ ਕਿ ਜਿਹੜਾ 1919 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ ਦੇ ਤਹਿਤ ਆਪਾਂ ਇੰਡੀਅਨਸ ਨੂੰ ਪਾਵਰ ਦਿੱਤੀ ਸੀ ਵੀ ਉਹ ਠੀਕ ਹੀ ਕੰਮ ਕਰ ਰਿਹਾ ਰਿਫਾਰਮਸ ਜਾਂ ਨਹੀਂ। ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਗਿਆ ਸੀ ਤੁਸੀਂ ਆਪਣੀ ਰਿਪੋਰਟ ਦਿਓ, ਅਸੀਂ ਅੱਗੇ ਜੋ ਕਨਸਟੀਟਿਊਸ਼ਨਲ ਰਿਫਾਰਮਸ ਇੰਡੀਆ ਨੂੰ ਦੇਣੇ ਆ ਉਹ ਤੁਹਾਡੀ ਰਿਪੋਰਟ ਦੇ ਰਿਕਮੈਂਡੇਸ਼ਨ ਦੇ ਉੱਪਰ ਦਿੱਤੇ ਜਾਣਗੇ। ਤਾਂ ਮਤਲਬ ਕਿ ਸਾਈਮਨ ਕਿਤੇ ਨਾ ਕਿਤੇ ਇੰਡੀਅਨਸ ਨੂੰ ਤਾਕਤ ਦੇਣ ਲਈ ਆ ਰਿਹਾ ਸੀ ਕਿ ਇੰਡੀਅਨਸ ਨੂੰ ਹੋਰ ਅੱਗੇ ਪਾਵਰ ਕਿਵੇਂ ਟ੍ਰਾਂਸਫਰ ਕੀਤੀ ਜਾਏਗੀ ਉਹ ਦੱਸਣਾ ਸੀ। ਪਰ ਇਸ ਨੂੰ ਜੇ ਗੱਲ ਕਰਾਂਗੇ ਸਾਈਮਨ ਕਮਿਸ਼ਨ ਨੂੰ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ, ਮੁਸਲਿਮ ਲੀਗ ਹੈ, ਕਾਂਗਰਸ ਹੈ, ਜਿੰਨੀਆਂ ਵੀ ਵੱਡੀਆਂ ਪਾਰਟੀਆਂ ਨੇ ਸਾਰੀਆਂ ਬਾਇਕਾਟ ਕਰ ਦੇਣਗੀਆਂ। ਕਿਉਂ ਕਰਨਗੀਆਂ? ਕਿਉਂਕਿ ਜੇ ਸਾਈਮਨ ਕਮਿਸ਼ਨ ਜਿਹੜਾ ਸੀ ਨਾ, ਕਮਿਸ਼ਨ ਬਣਾਇਆ ਗਿਆ ਸੀ, ਇਹਦੇ ਵਿੱਚ ਸਾਰੇ ਹੀ ਅੰਗਰੇਜ਼ ਸੀਗੇ,
ਕੋਈ ਵੀ ਇੰਡੀਅਨ ਨਹੀਂ ਸੀ। ਭਾਰਤੀਆਂ ਨੂੰ ਕੀ ਚਾਹੀਦਾ ਇਹ ਕੌਣ ਦੱਸੇਗਾ? ਜਿਹੜੇ ਭਾਰਤੀ ਇੱਥੇ ਰਹਿੰਦੇ ਨੇ ਉਹ ਦੱਸਣਗੇ ਜਾਂ ਲੰਡਨ ਤੋਂ ਕੋਈ ਆ ਕੇ ਦੱਸੇਗਾ ਕਿ ਇਹਨਾਂ ਨੂੰ ਕੀ ਚਾਹੀਦਾ ਮੈਂ ਦੱਸਦਾ? ਤਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੀਆਂ ਪਾਰਟੀਆਂ ਨੇ ਕੀ ਕੀਤਾ ਕਿ ਇਹਦੇ ਵਿੱਚ ਤਾਂ ਕੋਈ ਇੰਡੀਅਨ ਹੈ ਨਹੀਂ, ਜੇ ਅਸੀਂ ਇਹਦਾ ਕੀ ਕਰਦੇ ਹਾਂ, ਬਾਇਕਾਟ ਕਰਦੇ ਹਾਂ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਆਪਾਂ ਇੱਥੇ ਦੇਖਾਂਗੇ ਹੁਣ ਗਾਂਧੀ ਜੀ ਦੇ ਟਾਈਮ ਤੋਂ ਬਾਅਦ ਜੇ ਗੱਲ ਕਰਾਂਗੇ 1928 ਦੀ ਗੱਲ ਕਰਦੇ ਹਾਂ। ਨਹਿਰੂ ਰਿਪੋਰਟ ਦੇਖੋ, ਸੈਕਟਰੀ ਆਫ ਸਟੇਟ ਕੌਣ ਹੁੰਦੇ? ਵਾਇਸਰਾਏ ਤੋਂ ਉੱਪਰ ਸੈਕਟਰੀ ਆਫ ਸਟੇਟ ਸੀਗੇ ਲਾਰਡ ਬਿਰਕਨਹੈਡ। ਲਾਰਡ ਬਿਰਕਨਹੈਡ ਜਿਹੜੇ ਸੀਗੇ ਸੈਕਟਰੀ ਆਫ ਸਟੇਟ ਸੀ, ਤੇ ਉਹਨਾਂ ਨੂੰ ਕਿਹਾ ਗਿਆ ਕਿ ਸਰ ਦੇਖੋ ਸਾਈਮਨ ਕਮਿਸ਼ਨ ਆ ਗਿਆ ਤੇ ਕੋਈ ਇੰਡੀਅਨ ਨਹੀਂ ਹੈਗਾ ਇਹਦੇ 'ਚ। ਤਾਂ ਅੰਗਰੇਜ਼ਾਂ ਨੇ ਕੀ ਕਿਹਾ ਹੋਏਗਾ ਕਿ ਕਿਸੇ ਸਾਰੇ ਦੇ ਸਾਰੇ ਗੋਰੇ ਰੱਖਦੇ ਤੁਸੀਂ ਸਾਈਮਨ ਕਮਿਸ਼ਨ ਦੇ ਵਿੱਚ, ਕੋਈ ਇੰਡੀਅਨ ਨਹੀਂ ਹੈਗਾ। ਕਿਉਂ ਨਹੀਂ ਹੈਗਾ ਇੰਡੀਅਨ? ਤਾਂ ਆਪਾਂ ਕਹਿ ਸਕਦੇ ਕਿ ਜਿਵੇਂ ਥੋੜਾ ਜਿਹਾ ਅਣਖ ਦੇ ਵਿੱਚ ਹੁੰਦੇ ਨੇ ਗੋਰੇ, ਥੋੜਾ ਜਿਹਾ ਜਿਵੇਂ ਹੰਕਾਰ 'ਚ ਹੁੰਦੇ ਨੇ, ਤਾਂ ਉਹ ਕਹਿਣਗੇ ਦੇਖੋ ਜੀ ਇੰਡੀਅਨਸ ਨੂੰ ਪਹਿਲੀ ਗੱਲ ਚੈਲੰਜ ਕਰ ਦੇਣਗੇ ਖੁੱਲ੍ਹਾ। ਉਹ ਲਾਰਡ ਬਿਰਕਨਹੈਡ ਜਿਹੜੇ ਨੇ ਭਾਰਤੀਆਂ ਨੂੰ ਚੈਲੰਜ ਕਰ ਦੇਣਗੇ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਤੁਹਾਨੂੰ ਦੇਣਾ ਕੀ ਹੈ, ਤੁਹਾਨੂੰ ਚਾਹੀਦਾ ਕੀ ਹੈ, ਤੁਹਾਨੂੰ ਤਾਂ ਇਹ ਪਤਾ ਹੀ ਨਹੀਂ। ਤੁਸੀਂ ਸਾਰੇ ਲਿਖ ਕੇ ਮੈਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਕਨਸਟੀਟਿਊਸ਼ਨ ਚਾਹੀਦਾ, ਕਿ ਤੁਸੀਂ ਤਾਂ ਇਹਨੇ ਪੜ੍ਹੇ ਲਿਖੇ ਨਹੀਂ ਹੋ। ਆਪਾਂ ਦੇਖ ਸਕਦੇ ਹਾਂ ਕਿ ਅੰਗਰੇਜ਼ਾਂ ਦੇ ਮਨਾਂ 'ਚ ਅਜੇ ਵੀ ਕਿਤੇ ਨਾ ਕਿਤੇ ਉਹ ਭਾਵਨਾ ਹੈਗੀ ਹੈ ਕਿ ਜਿਹੜੇ ਇੰਡੀਅਨਸ ਨੇ ਭਾਰਤੀ ਨੇ ਗੋਰਿਆਂ ਤੋਂ ਥੱਲੇ ਨੇ। ਤਾਂ ਉਹ ਇਹ ਚੀਜ਼ ਕਹਿਣਗੇ ਕੌਣ? ਲਾਰਡ ਬਿਰਕਨਹੈਡ ਕਹਿਣਗੇ ਕਿ ਤੁਹਾਨੂੰ ਇੰਡੀਅਨਸ ਨੂੰ ਕਿਉਂ ਅਸੀਂ ਰੱਖੀਏ, ਤੁਹਾਨੂੰ ਕੀ ਚਾਹੀਦਾ ਹੈ, ਸਾਨੂੰ ਜ਼ਿਆਦਾ ਪਤਾ ਤੁਹਾਡੇ ਨਾਲੋਂ, ਅਸੀਂ ਜਿਹੜਾ ਤੁਹਾਡੇ ਨਾਲ ਵੱਧ ਪੜ੍ਹੇ ਲਿਖਿਆ। ਇੰਡੀਅਨਸ ਕੋਲ ਤਾਂ ਆਪਾਂ ਕਹਿਣਗੇ ਚੈਲੰਜ ਕਰ ਦੇਣੇ ਖੁੱਲ੍ਹਦੇ ਕਿ ਜਿੰਨੀਆਂ ਮਰਜ਼ੀਆਂ ਪਾਰਟੀਆਂ ਨੇ ਤੁਸੀਂ ਆ ਜਾਓ, ਆਪਣਾ ਕਨਸਟੀਟਿਊਸ਼ਨ ਤਾਂ ਬਣਾ ਹੀ ਨਹੀਂ ਸਕਦੇ। ਤਾਂ ਇਸ ਚੈਲੰਜ ਨੂੰ ਕੀ ਕੀਤਾ ਜਾਏਗਾ? ਸਵੀਕਾਰ ਕਰਨਗੇ ਇੰਡੀਆ ਦੀ ਜਿਹੜੀਆਂ ਵੀ ਪਾਰਟੀਆਂ ਨੇ। ਤਾਂ ਆਪਾਂ ਦੇਖਾਂਗੇ ਕਿ ਇਸ ਚੈਲੰਜ ਦੇ ਅਗੇਂਸਟ ਵੀ ਇੰਡੀਅਨਸ ਨੂੰ ਕੀ ਚਾਹੀਦਾ ਹੈ। ਤਾਂ ਆਪਾਂ ਦੇਖਾਂਗੇ ਇੱਕ ਰਿਪੋਰਟ ਆਏਗੀ ਜਿਹਨੂੰ ਆਪਾਂ ਕਹਿੰਦੇ ਹਾਂ ਨਹਿਰੂ ਰਿਪੋਰਟ। ਤਾਂ ਨਹਿਰੂ ਰਿਪੋਰਟ ਜਿਹੜੀ ਹੈ 1928 ਦੇ ਵਿੱਚ ਆਏਗੀ। ਪਹਿਲਾਂ ਸਾਈਮਨ ਕਮਿਸ਼ਨ ਨੂੰ ਅਪਾਇੰਟ ਕੀਤਾ ਜਾਏਗਾ, ਉਹਦੇ ਵਿੱਚ ਕੋਈ ਵੀ ਇੰਡੀਅਨ ਨਹੀਂ, ਕਿਉਂਕਿ ਇੰਡੀਅਨਸ ਨੂੰ ਅੰਗਰੇਜ਼ ਜਿਹੜੇ ਕਹਿਣਗੇ ਕਿ ਇਹਨਾਂ ਨੂੰ ਕੀ ਪਤਾ ਕੀ ਚਾਹੀਦਾ ਹੈ। ਤਾਂ ਉਹ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਇੰਡੀਅਨਸ ਜਿਹੜੇ ਨੇ ਰਿਪੋਰਟ ਪੇਸ਼ ਕਰਨਗੇ ਅੰਗਰੇਜ਼ਾਂ ਅੱਗੇ, ਉਸ ਨੂੰ ਆਪਾਂ ਕਹਿੰਦੇ ਹਾਂ ਨਹਿਰੂ ਰਿਪੋਰਟ। ਤਾਂ ਸਾਈਮਨ ਕਮਿਸ਼ਨ ਅਪਾਇੰਟ ਪਹਿਲਾਂ ਹੋਏਗਾ, ਨਹਿਰੂ ਰਿਪੋਰਟ ਬਾਅਦ ਚੋਂ ਆਏਗੀ। ਨਹਿਰੂ ਰਿਪੋਰਟ ਕਦੋਂ ਆਏਗੀ? 1928 ਦੇ ਵਿੱਚ ਆਏਗੀ, ਯਾਦ ਰੱਖਿਓ 1928 ਦੇ ਵਿੱਚ ਆਏਗੀ। ਹੁਣ ਆਪਣੇ ਲਈ ਇੰਪੋਰਟੈਂਟ ਕੀ ਹੋ ਜਾਂਦਾ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ? ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਨਹਿਰੂ ਰਿਪੋਰਟ 'ਚ ਅਸੀਂ ਕੀ ਮੰਗਾਂ ਰੱਖੀਆਂ ਅੰਗਰੇਜ਼ਾਂ ਅੱਗੇ। ਸਾਈਮਨ ਕਮਿਸ਼ਨ ਦੀ ਰਿਪੋਰਟ 'ਚ ਸਾਈਮਨ ਕਮਿਸ਼ਨ ਨੇ ਕੀ ਕਿਹਾ ਸੀ ਕਿ ਇੰਡੀਅਨਸ ਨੂੰ ਕੀ ਦਿਓ, ਤੇ ਐਂਡ ਦੇ ਵਿੱਚ 1935 ਦੇ ਐਕਟ ਦੇ ਵਿੱਚ ਸਾਨੂੰ ਮਿਲਿਆ ਕੀ? ਤਿੰਨ ਚੀਜ਼ਾਂ ਨੇ। ਸਾਈਮਨ ਕਮਿਸ਼ਨ ਨੇ ਕੀ ਰਿਕਮੈਂਡੇਸ਼ਨ ਕੀਤੀਆਂ, ਨਹਿਰੂ ਰਿਪੋਰਟ 'ਚ ਅਸੀਂ ਕੀ ਮੰਗਿਆ ਸੀ, ਤੇ 1935 ਦੇ ਐਕਟ 'ਚ ਅਸਲ 'ਚ ਸਾਨੂੰ ਮਿਲਣਾ ਕੀ ਹੈ। ਇਹ ਤਿੰਨ ਚੀਜ਼ਾਂ ਨੇ, ਇਹਨਾਂ ਦੇ ਉੱਪਰ ਹੀ ਘੁੰਮ ਕੇ ਕੁਐਸਚਨ ਆਉਂਦੇ ਨੇ। ਤਾਂ ਥੋੜਾ ਜਿਹਾ ਇਸ ਚੀਜ਼ ਨੂੰ ਆਪਾਂ ਕੀ ਕਰਾਂਗੇ, ਧਿਆਨ ਨਾਲ ਸਮਝਾਂਗੇ। ਦੇਖੋ ਜੀ, ਹੁਣ ਨਹਿਰੂ ਰਿਪੋਰਟ ਜਿਹੜੀ ਹੈ ਇਸ ਦੇ ਵਿੱਚ ਕੀਤਾ ਕੀ ਜਾਏਗਾ? ਨਹਿਰੂ ਰਿਪੋਰਟ ਦੀਆਂ ਰਿਕਮੈਂਡੇਸ਼ਨ ਪੜ੍ਹਦੇ ਹਾਂ। ਨਹਿਰੂ ਰਿਪੋਰਟ 'ਚ ਸਭ ਤੋਂ ਪਹਿਲੀ ਚੀਜ਼ ਕਹੀ ਜਾਏਗੀ ਕਿ ਇੰਡੀਆ ਨੂੰ ਕੀ ਚਾਹੀਦਾ ਜੀ? ਕਹਿਣਗੇ ਭਾਰਤ ਨੂੰ ਚਾਹੀਦਾ ਡੋਮੀਨੀਅਨ ਸਟੇਟਸ। ਡੋਮੀਨੀਅਨ ਸਟੇਟਸ ਦਾ ਮਤਲਬ ਸਵਰਾਜ। ਸਵਰਾਜ ਦੀ ਡਿਮਾਂਡ ਸਾਡੀ ਚੱਲ ਰਹੀ ਹੈ 1906 ਤੋਂ। 1906 ਤੋਂ ਸਾਡੀ ਸਵਰਾਜ ਦੀ ਡਿਮਾਂਡ ਚੱਲ ਰਹੀ ਹੈ। ਉਸ ਤੋਂ ਇਲਾਵਾ ਨਹਿਰੂ ਰਿਪੋਰਟ ਦੇ ਵਿੱਚ ਕਿਹਾ ਜਾਏਗਾ ਜਿਹੜੇ ਨਹਿਰੂ ਨੇ ਨਾ, ਇਹ ਜਵਾਹਰ ਲਾਲ ਨਹਿਰੂ ਨਹੀਂ ਹੈਗੇ, ਜਵਾਹਰ ਲਾਲ ਨਹਿਰੂ ਦੇ ਪਾਪਾ ਨੇ, ਆਪਾਂ ਕਹਿ ਸਕਦੇ ਹਾਂ ਜਿਹੜੇ ਮੋਤੀ ਲਾਲ ਨਹਿਰੂ। ਇਹ ਮੋਤੀ ਲਾਲ ਨਹਿਰੂ ਜੀ ਦੀ ਰਿਪੋਰਟ ਹੈ, ਜਵਾਹਰ ਲਾਲ ਨਹਿਰੂ ਦੀ ਰਿਪੋਰਟ ਨਹੀਂ ਹੈਗੀ, ਬੱਚੇ ਕਨਫਿਊਜ਼ ਹੋ ਜਾਂਦੇ ਨੇ। ਜਵਾਹਰ ਲਾਲ ਨਹਿਰੂ ਅਜੇ ਕਾਫੀ ਯੰਗ ਨੇ। ਚਲੋ ਜੀ ਅੱਗੇ ਗੱਲ ਕਰਦੇ ਹਾਂ ਰਿਕਮੈਂਡੇਸ਼ਨ ਦੀ। ਸਭ ਤੋਂ ਪਹਿਲੀ ਚੀਜ਼ ਯਾਦ ਰੱਖਿਓ, ਨਹਿਰੂ ਰਿਪੋਰਟ ਦੇ ਵਿੱਚ ਅਸੀਂ ਡੋਮੀਨੀਅਨ ਸਟੇਟਸ ਮੰਗਿਆ ਅੰਗਰੇਜ਼ਾਂ ਤੋਂ। ਆਜ਼ਾਦੀ ਨਹੀਂ ਪੂਰੀ ਮੰਗੀ, ਡੋਮੀਨੀਅਨ ਸਟੇਟਸ ਮੰਗਿਆ, ਸਾਡਾ ਸਵਰਾਜ ਮੰਗਿਆ। ਪੂਰਨ ਸਵਰਾਜ ਨਹੀਂ ਮੰਗਿਆ, ਉਹਨੂੰ ਅਜੇ ਮੰਗਣ ਨੂੰ 1 ਸਾਲ ਅਜੇ ਪਿਆ। ਉਸ ਤੋਂ ਇਲਾਵਾ ਨਹਿਰੂ ਰਿਪੋਰਟ ਦੇ ਵਿੱਚ ਗੱਲ ਕੀਤੀ ਜਾਏਗੀ ਕਿ ਇੰਡੀਅਨਸ ਨੂੰ ਫੰਡਾਮੈਂਟਲ ਰਾਈਟਸ ਦਿੱਤੀਆਂ ਜਾਣ। ਅੱਜ ਆਪਣੇ ਕੋਲ ਫੰਡਾਮੈਂਟਲ ਰਾਈਟਸ ਨੇ, ਇਹਦੇ ਬਾਰੇ ਗੱਲ ਨਹਿਰੂ ਰਿਪੋਰਟ ਦੇ ਵਿੱਚ ਮੋਤੀ ਲਾਲ ਨਹਿਰੂ ਨੇ ਕੀਤੀ ਸੀ। ਉਸ ਤੋਂ ਇਲਾਵਾ ਜੇ ਗੱਲ ਕਰਾਂਗੇ ਤਾਂ ਨਹਿਰੂ ਰਿਪੋਰਟ ਦੇ ਵਿੱਚ ਮੋਤੀ ਲਾਲ ਨਹਿਰੂ ਕਹਿਣਗੇ ਕਿ ਇੰਡੀਅਨਸ ਨੂੰ ਯੂਨੀਵਰਸਲ ਅਡਲਟ ਸਫਰੇਜ ਦਿੱਤਾ ਜਾਵੇ, ਕਿ ਇੰਡੀਅਨਸ ਦੇ ਵਿੱਚ ਜਿਹੜਾ ਵੀ 18 ਸਾਲ ਤੋਂ ਉੱਪਰ ਹੈ ਸਾਰੇ ਵੋਟ ਪਾ ਸਕਣ, ਇਹ ਅਧਿਕਾਰ ਸਾਰੇ ਭਾਰਤੀਆਂ ਨੂੰ ਮਿਲੇ। ਕਲੀਅਰ? ਚਲੋ ਜੀ ਅੱਗੇ ਗੱਲ ਕਰਦੇ। ਇਸ ਤੋਂ ਇਲਾਵਾ ਤਾਂ ਇਹ ਕਹਿਣਗੇ ਕਿ ਇੰਡੀਆ ਦੇ ਵਿੱਚ ਇੱਕ ਫੈਡਰਲ ਫਾਰਮ ਆਫ ਗਵਰਨਮੈਂਟ ਬਣਾਈ ਜਾਏ, ਜਿਹਦੇ ਵਿੱਚ ਜਿੰਨੀ ਵੀ ਤਾਕਤਾਂ ਨੇ ਜਿਹੜੀਆਂ ਕੀ ਨੇ ਡਿਵਾਈਡ ਹੋਣ। ਫੈਡਰਲ ਫਾਰਮ ਆਫ ਗਵਰਨਮੈਂਟ ਦਾ ਮਤਲਬ ਹੁੰਦਾ ਕਿ ਤਾਕਤਾਂ ਜਿਹੜੀਆਂ ਜਿੰਨੇ ਵੀ ਸਬਜੈਕਟ ਨੇ ਉਹ ਦੋ ਪਾਰਟ 'ਚ ਕੀ ਹੋ ਜਾਣ, ਡਿਵਾਈਡ ਹੋ ਜਾਣ। ਜਾਂ ਉਹ ਸੈਂਟਰ ਦੀ ਹੋਣ ਕੁਝ ਤਾਕਤਾਂ, ਜਾਂ ਹੋਣ ਉਹ ਸਟੇਟ ਦੀਆਂ। ਕਹਿਣਗੇ ਕਿ ਸੈਂਟਰ ਤੇ ਸਟੇਟ ਦੇ ਵਿੱਚ ਜਿੰਨੇ ਵੀ ਸਬਜੈਕਟ ਨੇ ਉਹ ਡਿਵਾਈਡ ਹੋਣ। ਇਹ ਡਿਵਾਈਡ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਰੈਜ਼ੀਡੂਅਲ ਪਾਵਰ, ਰੈਜ਼ੀਡੂਅਲ ਪਾਵਰ ਦਾ ਮਤਲਬ ਤੁਸੀਂ 100 ਸਾਡੇ ਕੋਲ ਸਬਜੈਕਟ ਸੀਗੇ, ਉਹ ਡਿਵਾਈਡ ਕਰਤੇ ਕਿ 50 ਸੈਂਟਰ ਦੇ ਨੇ, 50 ਸਟੇਟ ਦੇ ਨੇ। ਇਸ ਤੋਂ ਬਾਅਦ ਕੋਈ ਵੀ ਨਵਾਂ ਸਬਜੈਕਟ ਆ ਗਿਆ 101, ਉਹਨੂੰ ਆਪਾਂ ਕਹਾਂਗੇ ਰੈਜ਼ੀਡੂਅਲ ਪਾਵਰ। ਤਾਂ ਰੈਜ਼ੀਡੂਅਲ ਪਾਵਰ ਜਿਹੜੀ ਆ ਉਹਦੇ ਤੇ ਜਿੰਨਾ ਵੀ ਕੰਮ ਹੋਏਗਾ ਉਹ ਸੈਂਟਰ ਕਰੇਗੀ। ਇਹ ਗੱਲ ਕਿਹਨਾਂ ਨੇ ਕਿਹਾ ਸੀ? ਇਹ ਕਿਹਾ ਸੀ ਮੋਤੀ ਲਾਲ ਨਹਿਰੂ ਨੇ ਨਹਿਰੂ ਰਿਪੋਰਟ ਦੇ ਵਿੱਚ। ਇਸ ਤੋਂ ਇਲਾਵਾ ਮਾਈਨੋਰਿਟੀ ਦੀ ਗੱਲ ਕਰੀਏ, ਸੈਪਰੇਟ ਇਲੈਕਟੋਰੇਟ ਦੀ ਗੱਲ ਕਰੀਏ, ਤਾਂ ਯਾਦ ਰੱਖਿਓ ਨਹਿਰੂ ਰਿਪੋਰਟ ਦੇ ਵਿੱਚ, ਨਹਿਰੂ ਰਿਪੋਰਟ ਦੇ ਇਹਨਾਂ ਨੇ ਕਿਹਾ ਸੀ ਕਿ ਜੁਆਇੰਟ ਇਲੈਕਟੋਰੇਟ ਹੋਣਾ ਚਾਹੀਦਾ, ਸੈਪਰੇਟ ਇਲੈਕਟੋਰੇਟ ਨਹੀਂ ਹੋਣਾ ਚਾਹੀਦਾ। ਜੁਆਇੰਟ ਇਲੈਕਟੋਰੇਟ ਹੋਵੇ, ਸੈਪਰੇਟ ਇਲੈਕਟੋਰੇਟ ਨਾ ਹੋਵੇ। ਇਹ ਉਹੀ ਸੈਪਰੇਟ ਇਲੈਕਟੋਰੇਟ ਜਿਹੜਾ ਮੁਸਲਿਮਸ ਨੂੰ 1909 'ਚ ਦਿੱਤਾ ਗਿਆ ਸੀ।
ਜਿਹੜਾ ਸਿੱਖ ਨੂੰ, ਐਂਗਲੋ ਇੰਡੀਅਨ ਨੂੰ, ਪਾਰਸੀਜ਼ ਨੂੰ 1919 ਦਾ ਐਕਟ ਦਿੱਤਾ ਗਿਆ ਤੇ ਅਸੀਂ ਅੱਗੇ ਕੀ ਮੰਗ ਕਰਦੇ ਹਾਂ, ਜੁਆਇੰਟ ਇਲੈਕਟੋਰੇਟ ਹੋਵੇ ਜੀ, ਅਲੱਗ ਸੈਪਰੇਟ ਇਲੈਕਟੋਰੇਟ ਨਾ ਹੋਵੇ। ਇਸ ਤੋਂ ਬਾਅਦ ਹੁਣ ਸੈਪਰੇਟ ਇਲੈਕਟੋਰੇਟ ਦੀ ਡਿਮਾਂਡ ਨੂੰ ਖਤਮ ਕਰਨ ਤੋਂ ਬਾਅਦ ਨਹਿਰੂ ਰਿਪੋਰਟ ਦੇ ਵਿੱਚ ਗੱਲ ਕੀਤੀ ਜਾਏਗੀ ਕਿ ਜੋ ਵੀ ਮਾਈਨੋਰਿਟੀ ਹੈ, ਮਾਈਨੋਰਿਟੀ ਕੌਣ ਆ ਜਾਏਗਾ, ਹਿੰਦੂ ਰਿਲੀਜਨ ਨੂੰ ਛੱਡ ਕੇ ਬਾਕੀ ਜਿੰਨੇ ਵੀ ਰਿਲੀਜਨ ਨੇ ਸਾਰੇ ਕਿਸ 'ਚ ਆ ਜਾਂਦੇ ਨੇ, ਮਾਈਨੋਰਿਟੀਜ਼ ਆ ਜਾਂਦੇ ਨੇ। ਤਾਂ ਮਾਈਨੋਰਿਟੀਜ਼ ਦੀ ਸੀਟ ਜਿਹੜੀਆਂ ਨੇ ਕੀ ਹੋਣਗੀਆਂ, ਰਿਜ਼ਰਵੇਸ਼ਨ ਕੀਤੀਆਂ ਜਾਣਗੀਆਂ, ਮਾਈਨੋਰਿਟੀਜ਼ ਨੂੰ ਰਿਜ਼ਰਵੇਸ਼ਨ ਦਿੱਤੀ ਜਾਏਗੀ। ਇਹ ਸਾਰੀਆਂ ਗੱਲਾਂ ਕਿਹਦੇ 'ਚ ਕੀਤੀਆਂ ਗਈਆਂ, ਨਹਿਰੂ ਰਿਪੋਰਟ 'ਚ ਕੀਤੀਆਂ ਗਈਆਂ। ਅੱਗੇ ਗੱਲ ਕਰਦੇ ਹਾਂ ਸਾਈਮਨ ਕਮਿਸ਼ਨ ਦੀ। ਹੁਣ ਸਾਈਮਨ ਕਮਿਸ਼ਨ ਨੇ ਰਿਪੋਰਟ ਆਪਣੀ ਕਦੋਂ ਦੇਣੀ ਹੈ, 1930 'ਚ ਦੇਣੀ ਹੈ। ਤੇ ਸਾਈਮਨ ਕਮਿਸ਼ਨ ਨੇ ਰਿਪੋਰਟ ਦੇ ਵਿੱਚ ਕਿਹਾ ਕੀ, ਸਾਈਮਨ ਕਮਿਸ਼ਨ ਸਭ ਤੋਂ ਪਹਿਲਾਂ ਕਹਿਣਗੇ ਕਿ ਦੇਖੋ ਜੀ, ਜਿਹੜਾ ਡਾਇਆਰਕੀ ਸਿਸਟਮ ਚੱਲਦਾ ਨਾ ਪ੍ਰੋਵਿੰਸਿਸ ਦੇ ਵਿੱਚ, ਇਹਨੂੰ ਖਤਮ ਕਰੋ। ਇਹ ਉਹੀ ਡਾਇਆਰਕੀ ਸਿਸਟਮ ਹੈ ਜਿਹੜਾ 1919 'ਚ ਲੱਗਿਆ ਸੀ, ਜਿਹਦੇ ਵਿੱਚ ਦੋ ਤਰ੍ਹਾਂ ਦੇ ਸਬਜੈਕਟ ਸੀਗੇ, ਟਰਾਂਸਫਰ ਤੇ ਰਿਜ਼ਰਵ। ਟਰਾਂਸਫਰ ਦੇ ਉੱਪਰ ਇੰਡੀਅਨਸ ਜਿਹੜੇ ਸੀਗੇ ਕੰਮ ਕਰਨਗੇ, ਰਿਜ਼ਰਵ ਦੇ ਉੱਪਰ ਗਵਰਨਰ ਜਨਰਲ ਜਾਂ ਗੋਰੇ ਜਿਹੜੇ ਸੀ ਉਹ ਕੰਮ ਕਰਦੇ ਸੀ। ਠੀਕ ਹੈ ਜੀ। ਤਾਂ ਰਿਕਮੈਂਡੇਸ਼ਨ ਜਿਹੜੀ ਹੈ ਕਿਹਨੇ ਕੀਤੀ, ਸਾਈਮਨ ਕਮਿਸ਼ਨ ਨੇ ਕੀਤੀ 1930 ਦੇ ਵਿੱਚ ਕਿ ਡਾਇਆਰਕੀ ਸਿਸਟਮ ਖਤਮ ਕੀਤਾ ਜਾਏ। ਤੇ ਇਹ ਰਿਕਮੈਂਡੇਸ਼ਨ ਜਿਹੜੀ ਹੈ 1935 ਦੇ ਐਕਟ ਦੇ ਵਿੱਚ ਮੰਨੀ ਵੀ ਜਾਏਗੀ। 1935 ਦੇ ਐਕਟ 'ਚ ਆਪਾਂ ਦੇਖਾਂਗੇ ਪ੍ਰੋਵਿੰਸਿਸ ਦੇ ਵਿੱਚ ਜਿਹੜਾ ਡਾਇਆਰਕੀ ਸਿਸਟਮ ਸੀਗਾ ਉਹਨੂੰ ਖਤਮ ਕਰ ਦਿੱਤਾ ਜਾਵੇਗਾ। ਉਸ ਤੋਂ ਇਲਾਵਾ ਜੇ ਗੱਲ ਕਰੀਏ ਆਪਾਂ, ਸਾਈਮਨ ਕਮਿਸ਼ਨ ਨੇ ਰਿਪੋਰਟ ਦੇ ਵਿੱਚ ਕਿਹਾ ਕਿ ਜਿਹੜਾ ਬਰਮਾ ਹੈ ਇਹਨੂੰ ਅਲੱਗ ਕੀਤਾ ਜਾਏ ਇੰਡੀਆ ਤੋਂ। ਨੈਕਸਟ ਜੇ ਗੱਲ ਕਰਾਂਗੇ, ਸਾਈਮਨ ਕਮਿਸ਼ਨ 'ਚ ਕੋਈ ਗੱਲ ਨਹੀਂ ਹੋਈ ਯੂਨੀਵਰਸਲ ਫਰੈਂਚਾਈਜ਼ ਦੀ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ, ਇਹਦੇ ਬਾਰੇ ਸਾਈਮਨ ਕਮਿਸ਼ਨ ਨੇ ਕੁਝ ਨਹੀਂ ਕਿਹਾ। ਇਸ ਤੋਂ ਇਲਾਵਾ ਜੇ ਸਾਈਮਨ ਕਮਿਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਵਰਨਰ ਜਨਰਲ ਦੀ ਤਾਕਤ ਜਿਹੜੀ ਸੀ ਉਸ ਦੇ ਉੱਪਰ ਵੀ ਕੁਝ ਨਹੀਂ ਕੀਤਾ ਵੀ ਇਹ ਵੀ ਜਿਹੜੀ ਪਾਵਰ ਹੈ ਸੇਮ ਹੀ ਰਹੇਗੀ, ਕੋਈ ਇਹਦੇ 'ਚ ਚੇਂਜ ਨਹੀਂ ਹੋਣਾ। ਸਾਈਮਨ ਕਮਿਸ਼ਨ ਨੇ ਕੁਝ ਨਹੀਂ ਕਿਹਾ ਕਿ ਤੁਹਾਨੂੰ ਡੋਮੀਨੀਅਨ ਸਟੇਟਸ ਮਿਲੇਗਾ ਕਿ ਨਹੀਂ ਮਿਲੇਗਾ, ਸਵਰਾਜ ਦੀ ਤਾਂ ਗੱਲ ਹੀ ਨਹੀਂ ਕੀਤੀ। ਉਹੀ ਡੋਮੀਨੀਅਨ ਸਟੇਟਸ ਜਿਹੜਾ ਨਹਿਰੂ ਰਿਪੋਰਟ 'ਚ ਅਸੀਂ ਮੰਗ ਰਹੇ ਹਾਂ, ਸਾਈਮਨ ਕਮਿਸ਼ਨ ਕਹਿੰਦਾ ਕਿਹੜਾ ਜੀ, ਕਿਹੜਾ ਸਵਰਾਜ ਦੀ ਗੱਲਾਂ ਕਰਦੇ ਹੋ, ਕੁਝ ਨਹੀਂ ਮਿਲ ਰਿਹਾ ਜੇ ਤੁਹਾਨੂੰ। ਇਹ ਕੌਣ ਸੀਗੇ, ਇਹ ਸਾਈਮਨ ਕਮਿਸ਼ਨ ਦੀ ਰਿਪੋਰਟ ਸੀ। ਤਾਂ ਆਪਾਂ ਕੀ ਯਾਦ ਕਰਨੀ ਹੈ, ਆਪਾਂ ਅਜੇ ਪਹਿਲਾਂ ਨਹਿਰੂ ਰਿਪੋਰਟ ਯਾਦ ਕਰਨੀ ਹੈ ਤੇ ਨਾਲ ਹੀ ਸਾਈਮਨ ਕਮਿਸ਼ਨ ਦੀ ਰਿਕਮੈਂਡੇਸ਼ਨ ਯਾਦ ਕਰਨੀ ਹੈ। ਅਗਲੇ ਲੈਕਚਰ 'ਚ ਆਪਾਂ ਕੀ ਪੜਾਂਗੇ, 1935 ਦਾ ਐਕਟ ਪੜਾਂਗੇ ਕਿ ਅਸਲ 'ਚ ਸਾਨੂੰ ਮਿਲਿਆ ਕੀ। ਸਾਈਮਨ ਕਮਿਸ਼ਨ ਦਾ ਆਪਣੀ ਰਿਪੋਰਟ 1930 'ਚ ਦੇ ਗਏ, ਪਰ ਸਾਨੂੰ ਮਿਲਿਆ ਕੀ। ਉਸ ਤੋਂ ਇਲਾਵਾ ਆਪਾਂ ਨੈਕਸਟ ਲੈਕਚਰ 'ਚ ਪੜਾਂਗੇ ਕਿ ਸਾਈਮਨ ਕਮਿਸ਼ਨ ਦੇ ਆਉਣ ਤੋਂ ਬਾਅਦ ਕਿਵੇਂ ਸਾਰੇ ਇੰਡੀਆ ਦੇ ਵਿੱਚ, ਕਿਵੇਂ ਸਾਰੇ ਭਾਰਤ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਪ੍ਰਦਰਸ਼ਨ ਹੋਣੇ ਸ਼ੁਰੂ ਹੋਣਗੇ। ਉਹੀ ਪ੍ਰਦਰਸ਼ਨ ਦੇ ਵਿੱਚ ਆਪਾਂ ਪੜਾਂਗੇ ਕਿ ਕਿਵੇਂ ਲਾਲਾ ਲਾਜਪਤ ਰਾਏ ਦੀ ਡੈਥ ਹੋ ਜਾਏਗੀ ਲਾਠੀ ਚਾਰਜ ਕਰਕੇ। ਤੇ ਆਪਾਂ ਅਗਲੇ ਲੈਕਚਰ 'ਚ ਪੜਾਂਗੇ ਕਿ ਕਿਵੇਂ ਗਾਂਧੀ ਜੀ ਜਿਹੜੇ ਨੇ ਅਗਲੀ ਮੂਵਮੈਂਟ ਸ਼ੁਰੂ ਕਰਨਗੇ ਜਿਹਨੂੰ ਕਿਹਾ ਜਾਏਗਾ ਸਿਵਲ ਡਿਸਓਬੀਡੀਐਂਸ, ਜਾਂ ਫਿਰ ਆਪਾਂ ਜਿਹਨੂੰ ਕਹਿੰਦੇ ਡਾਂਡੀ ਮਾਰਚ। ਤਾਂ ਇਹ ਸਾਰਾ ਕੁਝ ਜਿਹੜਾ ਆਪਾਂ ਨੈਕਸਟ ਲੈਕਚਰ 'ਚ ਡਿਸਕਸ ਕਰਾਂਗੇ। ਮਿਲਦੇ ਹਾਂ ਜੀ ਨੈਕਸਟ ਲੈਕਚਰ 'ਚ। ਥੈਂਕ ਯੂ ਵੈਰੀ ਮਚ।